हाँ जी, गुड आफ्टरनून। ਲਾਸਟ ਕਲਾਸ ਦੇ ਵਿੱਚ ਆਪਾਂ ਪੜ੍ਹ ਰਹੇ ਸੀਗੇ ਕਿ ਬੇਸਿਕ ਟਰਮਸ ਜਿਹੜੀਆਂ ਪੀਰੀਓਡਿਕ ਟੇਬਲ 'ਚ ਬਾਰ-ਬਾਰ ਯੂਜ਼ ਹੋਣੀਆਂ ਨੇ, ਜਿਵੇਂ ਕਿ ਰਿਪਰੈਜ਼ੈਂਟੇਟਿਵ ਐਲੀਮੈਂਟਸ, ਟ੍ਰਾਂਜੀਸ਼ਨ ਐਲੀਮੈਂਟਸ, ਹੈ ਨਾ, ਹੈਲੋਜਨਸ ਵਗੈਰਾ ਬਾਰੇ ਪੜ੍ਹ ਰਹੇ ਸੀਗੇ। ਹੁਣ ਅੱਜ ਔਰ ਕੱਲ੍ਹ ਦੀ ਕਲਾਸਿਸ ਤੋਂ ਆਪਣਾ ਚੈਪਟਰ ਦਾ ਮੇਨ ਪਾਰਟ ਸਟਾਰਟ ਹੋ ਜਾਏਗਾ, ਜਿਹਨੂੰ ਅਸੀਂ ਬੋਲਦੇ ਹਾਂ ਟ੍ਰੈਂਡਸ ਇਨ ਪੀਰੀਓਡਿਕ ਟੇਬਲ। ਤੁਸੀਂ 10th ਦੇ ਅੰਦਰ ਵੀ ਇਹ ਚੀਜ਼ ਪੜ੍ਹੀ ਹੋਣੀ ਹੈ, ਟ੍ਰੈਂਡਸ ਇਨ ਪੀਰੀਓਡਿਕ ਟੇਬਲ। ਟ੍ਰੈਂਡਸ ਕੀ ਚੀਜ਼ ਹੁੰਦੀ ਹੈ ਕਿ ਪੀਰੀਓਡਿਕ ਟੇਬਲ ਦੇ ਅੰਦਰ ਜਿਹੜੀਆਂ ਪ੍ਰੋਪਰਟੀਜ਼ ਹੈ ਉਹ ਗਰੁੱਪ ਵਾਈਜ਼, ਪੀਰੀਅਡ ਵਾਈਜ਼ ਕਿਵੇਂ ਚੇਂਜ ਕਰਦੀਆਂ ਨੇ। ਗਰੁੱਪ ਵਾਈਜ਼ ਉਹ ਇਨਕਰੀਜ਼ ਹੁੰਦੀਆਂ ਨੇ ਜਾਂ ਡਿਕਰੀਜ਼ ਹੁੰਦੀਆਂ ਨੇ, ਜਾਂ ਉਹਨਾਂ ਦਾ ਕੋਈ ਇੱਕ ਫਿਕਸ ਤਰੀਕਾ ਨਹੀਂ ਹੁੰਦਾ, ਹੈ ਨਾ, ਤਾਂ ਐਕਸੈਪਸ਼ਨਸ ਹੁੰਦੇ ਨੇ। ਇਹ ਸਾਰੀਆਂ ਚੀਜ਼ਾਂ ਤੁਸੀਂ 10th 'ਚ ਵੀ ਪੜ੍ਹੀਆਂ ਹੋਣਗੀਆਂ, ਜਿਵੇਂ ਕਿ ਟੌਪ ਟੂ ਬਾਟਮ ਮੈਟੈਲਿਕ ਕਰੈਕਟਰ ਵੱਧਦਾ ਜਾਂ ਘਟਦਾ ਹੈ, ਲੈਫਟ ਟੂ ਰਾਈਟ ਕਿਆ ਫ਼ਰਕ ਪੈਂਦਾ ਹੈ। ਉਹ ਸਭ ਕੁਝ ਅਸੀਂ ਇਸ ਕਲਾਸ 'ਚ ਰਿਪੀਟ ਕਰਾਂਗੇ, ਬਟ ਕਾਫੀ ਜ਼ਿਆਦਾ ਡੀਟੇਲ ਦੇ ਨਾਲ ਔਰ ਕੱਲੇ ਕੱਲੇ ਐਕਸੈਪਸ਼ਨ ਨੂੰ ਸਟੱਡੀ ਕਰਦੇ ਹੋਏ। 10th ਦੇ ਅੰਦਰ ਅਸੀਂ ਜਦੋਂ ਸੇਮ ਚੀਜ਼ ਪੜ੍ਹੀ ਸੀਗੀ ਤਾਂ ਉਸ 'ਚ ਡੀਟੇਲਿੰਗ ਇੰਨੀ ਜ਼ਿਆਦਾ ਨਹੀਂ ਸੀਗੀ, ਬਟ ਇਸ ਪੁਆਇੰਟ 'ਤੇ ਆਪਾਂ +1 ਦਾ ਸਭ ਤੋਂ ਮੇਨ ਗੱਲ ਹੀ ਇਹ ਹੈ ਕਿ ਆਪਾਂ ਕੱਲੀ ਕੱਲੀ ਗਰੁੱਪ ਐਂਡ ਪੀਰੀਅਡ ਦਾ ਸਾਰਾ ਟ੍ਰੈਂਡਸ ਨੂੰ ਅੱਛੀ ਤਰ੍ਹਾਂ ਨਾਲ ਯਾਦ ਕਰਨਾ ਹੈ। ਠੀਕ ਹੈ, ਉਹਦੇ ਪਿੱਛੇ ਬਹੁਤ ਸਾਰੇ ਲੌਜਿਕ ਵੀ ਹੋਣਗੇ, ਹਰ ਇੱਕ ਚੀਜ਼ ਦੇ ਪਿੱਛੇ ਲੌਜਿਕ ਹੋਏਗਾ। ਤਾਂ ਜਿੱਥੇ ਜਿੱਥੇ ਸਾਨੂੰ ਜਿੰਨਾ ਵੀ ਬਣਦਾ ਹੋਇਆ ਇਹਦੇ ਅੰਦਰ ਐਕਸੈਪਸ਼ਨਸ ਨੂੰ ਅਸੀਂ ਸਪੈਸ਼ਲੀ ਐਗਜ਼ਾਮੀਨਰ ਪੁੱਛੇਗਾ ਉਹੀ ਚੀਜ਼ ਜਿਹੜੀ ਅਲੱਗ ਹੈ, ਜਿਹੜੀ ਕੁਝ ਹਟ ਕੇ ਹੈ, ਤਾਂ ਐਕਸੈਪਸ਼ਨਸ ਆਪਾਂ ਨੇ ਚੰਗੀ ਤਰ੍ਹਾਂ ਨਾਲ ਯਾਦ ਕਰਨੀਆਂ ਨੇ। ਠੀਕ ਹੈ, ਹੁਣ ਟ੍ਰੈਂਡਸ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਛੋਟਾ ਜਿਹਾ ਹੋਰ ਇੱਕ ਰੂਲ ਛੋਟਾ ਜਿਹਾ ਲਿਖਵਾਉਣਾ ਚਾਹੁੰਦਾ। ਹੈਡਿੰਗ ਲਿਖ ਲਓ, ਹੈਡਿੰਗ ਲਿਖੋ, ਨੋਮਨਕਲੇਚਰ, nomenclature of elements, nomenclature of elements with z greater than equal to 100, nomenclature of elements with z greater than equal to, एक सेकेंड, nomenclature of elements with z greater than equal to 100। मतलब z ਕੀ ਹੁੰਦਾ ਐਟੋਮਿਕ ਨੰਬਰ, ਤਾਂ ਆਪਣੇ ਕੋਲ ਜਿਹੜੇ ਵੀ ਐਟੋਮਿਕ ਨੰਬਰ, ਜਿਹੜੇ ਵੀ ਐਲੀਮੈਂਟ ਦਾ ਐਟੋਮਿਕ ਨੰਬਰ 100 ਹੈ ਜਾਂ 100 ਤੋਂ ਜ਼ਿਆਦਾ ਹੈ, ਯਾਨੀ ਕਿ ਜਿਹੜੇ ਵੀ ਐਲੀਮੈਂਟਸ ਨੇ ਜਿਨ੍ਹਾਂ ਦਾ ਐਟੋਮਿਕ ਨੰਬਰ 101, 102, ਯਾਨੀ ਕਿ ਬਿਲਕੁਲ ਲਾਸਟ ਵਾਲੇ ਜਿਹੜੇ ਐਲੀਮੈਂਟਸ ਨੇ। ਨੋਮਨਕਲੇਚਰ ਕੀ ਹੁੰਦਾ? ਨੋਮਨਕਲੇਚਰ ਹੁੰਦਾ ਨਾਮ। ਉਹਨਾਂ ਦਾ ਨਾ ਆਪਾਂ ਨਾਮ ਲਿਖਣ ਦੇ ਕੁਝ ਰੂਲਸ ਬਣਾਏ ਹੋਏ ਨੇ। ਜਿਹੜੇ ਵੀ ਐਲੀਮੈਂਟ ਦਾ ਐਟੋਮਿਕ ਨੰਬਰ 100 ਜਾਂ 100 ਤੋਂ ਜ਼ਿਆਦਾ ਹੈ, ਉਹਨਾਂ ਦਾ ਨਾਮ ਲਿਖਣ ਦੇ ਆਪਾਂ ਕੁਝ ਰੂਲਸ ਕਿਹਾ, ਬਹੁਤ ਇੱਕ ਬੇਸਿਕ ਜਿਹਾ ਤਰੀਕੇ ਦੇ ਨਾਲ ਆਪਾਂ ਉਹਨਾਂ ਦਾ ਨਾਮ ਲਿਖਿਆ ਜਾਏਗਾ। ਠੀਕ ਹੈ, ਹੁਣ ਉਹ ਆਪਾਂ ਨੇ ਰੂਲਸ ਯਾਦ ਕਰਨੇ ਨੇ, ਬਹੁਤ ਈਜ਼ੀਲੀ ਉਹ ਰੂਲਸ ਬਣ ਜਾਣਗੇ। ਆਪਾਂ ਕੀ ਕਰਨਾ ਹੈ, ਆਪਾਂ ਇੱਕ ਛੋਟਾ ਜਿਹਾ ਟੇਬਲ ਬਣਾਉਣਾ ਹੈ ਇਹਦੇ ਅੰਦਰ। ਦੇਖੋ ਜਿਸ ਤਰ੍ਹਾਂ ਮੈਂ ਬਣਾ ਰਿਹਾ, ਛੋਟਾ ਜਿਹਾ ਟੇਬਲ ਬਣਾ ਲਓ, 3 ਕਾਲਮਸ ਰਹਿਣਗੇ ਇਹਦੇ। ਠੀਕ ਹੈ, ਇਹਦੇ ਅੰਦਰ ਪਹਿਲਾ ਕਾਲਮ ਰਹੇਗਾ ਡਿਜਿਟ ਦਾ, दूसरा कॉलम रहेगा रूट नेम, और तीसरा कॉलम रहेगा एब्रीवेशन। पहला कॉलम डिजिट, दूसरा कॉलम रूट नेम, तीसरा कॉलम एब्रीवेशन। ठीक है, एक बार ये टेबल जो मैं लिख रहा हूँ लिख लो, मैं समझाना इनू किवें यूज़ करना है। डिजिट अगर 0 है तो उन्होंने बोलिया जाएगा नील, उसकी एब्रीवेशन होएगी स्मॉल n। डिजिट अगर 1 है उन्होंने बोलिया जाएगा UN, ਉਹਦਾ एब्रीवेशन होएगा स्मॉल u। डिजिट अगर 2 है ਉਹਦੇ ਵਾਸਤੇ ਉਹਦਾ रूट नेम होएगा BI, और सिंबल एब्रीवेशन रहेगा स्मॉल b। अगर 3 है उन्होंने बोलते हैं ट्राई, स्मॉल t। अगर 4 है उन्होंने बोलते हैं जी क्वाड, स्मॉल q। अगर 5 है उन्होंने बोलते हैं पेंट, स्मॉल p। ठीक है, इस तो बाद भी है। अगर 6 है तो उन्होंने बोलते हैं हेक्स, स्मॉल h। अगर 7 है तो उन्होंने बोलते हैं सेप्ट, स्मॉल s। अगर 8 है तो उन्होंने बोलते हैं ऑक्ट, स्मॉल o। अगर 9 है तो उन्होंने बोलते हैं ENN, स्मॉल e।
फटाफट पहला इन्ना पार्ट नोट करो, मैं समझाना इनू किवें यूज़ करना है। जल्दी जल्दी नोट कर लो एक बारी। ठीक है, जीरो नू नील बोलते हैं, ਉਹਦਾ ਸਿੰਬਲ ਰਹਿੰਦਾ ਸਮॉल n। ਇੱਕ ਨੂੰ ਅਨ ਬੋਲਦੇ हैं, ਉਹਦਾ ਸਿੰਬਲ ਰਹਿੰਦਾ ਸਮॉल u। ਪਹਿਲਾਂ ਇੱਕ ਵਾਰੀ ਨੋਟ ਕਰੋ, ਫਿਰ ਮੈਂ ਸਮਝਾਣਾ। ਇਹਦੇ ਨਾਲ ਇੱਕ ਪੁਆਇੰਟ ਵੀ ਲਿਖ ਲਓ, ਸਫਿਕਸ em, ium is used, suffix em is used। ठीक है, ਹੁਣ ਐਕਚੁਅਲੀ ਹੋਇਆ ਕੀ ਹੈ, ਪਹਿਲਾਂ ਇਹ ਸਾਰਾ ਨੋਟ ਕਰ ਲਿਆ, ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਵੀ ਨੋਟ ਕਰ ਸਕਦੇ ਹੋ। ਠੀਕ ਹੈ, ਹੁਣ ਹੋਇਆ ਕਿਆ, ਜਿਵੇਂ ਜਿਵੇਂ ਨਾ ਟਾਈਮ ਬੀਤਦਾ ਜਾ ਰਿਹਾ ਹੈ ਤਾਂ ਨਵੇਂ ਨਵੇਂ ਐਲੀਮੈਂਟਸ ਡਿਸਕਵਰ ਕੀਤੇ ਜਾ ਰਹੇ ਹੈ। ਤਾਂ ਐਲੀਮੈਂਟ ਦਾ ਕੀ ਨਾਮ ਰੱਖਿਆ ਜਾਵੇ, ਠੀਕ ਹੈ, ਇਹ ਇੱਕ ਬਹੁਤ ਬੜੀ ਦਿੱਕਤ ਹੈ। ਕਿਸ ਤਰ੍ਹਾਂ ਨਾਲ ਸੋਚਿਆ ਜਾਵੇ, ਇਹਦਾ ਕਿਸੇ ਐਲੀਮੈਂਟ ਦਾ ਕੀ ਨਾਮ ਲਿਖਿਆ ਜਾਵੇ, ਹੈ ਨਾ। ਹੁਣ ਇੱਦਾਂ ਵੀ ਪਹਿਲਾਂ ਹਿਸਟਰੀ 'ਚ ਹੋਇਆ ਕਿ ਕੋਈ ਸੇਮ ਐਲੀਮੈਂਟ ਦੋ ਅਲੱਗ-ਅਲੱਗ ਬੰਦਿਆਂ ਨੇ ਕਲੇਮ ਕੀਤਾ ਕਿ ਹਾਂਜੀ ਇਹ ਐਲੀਮੈਂਟ ਅਸੀਂ ਡਿਸਕਵਰ ਕੀਤਾ। ਤਾਂ ਇੱਕ ਨੇ ਉਹਦਾ ਨਾਮ ਆਪਣੀ ਮਰਜ਼ੀ ਨਾਲ ਰੱਖ ਲਿਆ, ਦੂਜੇ ਨੇ ਉਹਦਾ ਨਾਮ ਆਪਣੀ ਮਰਜ਼ੀ ਨਾਲ ਰੱਖ ਲਿਆ। ਤਾਂ ਜਿਹੜੀ ਕਿ ਬਹੁਤ ਇੱਕ ਬੜੀ ਪ੍ਰੋਬਲਮ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਸਟੈਂਡਰਡਾਈਜ਼ ਕਰਨਾ ਪਏਗਾ ਸਾਨੂੰ, ਹੈ ਨਾ। ਤਾਂ ਆਪਾਂ ਨੇ ਇੱਕ ਰੂਲ ਬਣਾਇਆ। ਉਹ ਰੂਲ ਕੀ ਹੈ ਕਿ ਜਿਹੜੇ ਵੀ ਐਲੀਮੈਂਟ ਦਾ ਐਟੋਮਿਕ ਨੰਬਰ 100 ਜਾਂ 100 ਤੋਂ ਜ਼ਿਆਦਾ ਹੈ, ਉਸ ਦਾ ਨਾਮ ਇਸ ਟੇਬਲ ਦੇ ਅਕੋਰਡਿੰਗਲੀ ਰੱਖਿਆ ਜਾਏਗਾ ਔਰ ਉਹਦਾ ਸਿੰਬਲ ਵੀ ਇਸ ਟੇਬਲ ਦੇ ਅਕੋਰਡਿੰਗਲੀ ਰੱਖਿਆ ਜਾਏਗਾ। ਠੀਕ ਹੈ, ਮੈਂ ਇਹਦਾ ਮਤਲਬ ਸਮਝਾਉਣਾ ਹੈ। ਜਿਵੇਂ ਮੰਨ ਲਓ ਮੈਨੇ ਐਲੀਮੈਂਟ ਜਿਹੜਾ 103 ਐਟੋਮਿਕ ਨੰਬਰ ਹੈ, ਆਪਾਂ ਨੂੰ ਨਹੀਂ ਪਤਾ ਕਿਹੜਾ ਹੈ, ਪਰ ਮੰਨ ਲਓ ਕਿਸੇ ਐਲੀਮੈਂਟ ਦਾ ਐਟੋਮਿਕ ਨੰਬਰ 103 ਹੈ, ਤਾਂ ਇਹਦਾ ਨਾਮ ਕਿਵੇਂ ਆਏਗਾ। ਮੰਨ ਲਓ Z 103 ਹੈ ਕਿਸੇ ਦਾ, ਇਹਦਾ ਨਾਮ ਕਿਵੇਂ ਆਏਗਾ। ਦੇਖੋ 103 ਤਿੰਨ ਚੀਜ਼ਾਂ ਤੋਂ ਬਣਿਆ ਹੋਇਆ, 1 0 ਐਂਡ 3 ਤੋਂ। ਠੀਕ ਹੈ ਨਾ, ਆਪਾਂ ਨੇ ਇਹੀ ਤਿੰਨ ਚੀਜ਼ਾਂ ਇਸ ਟੇਬਲ 'ਚ ਲੱਭਣੀਆਂ ਨੇ। ਜਿਵੇਂ 1 ਹੈ, 1 ਦਾ ਮਤਲਬ ਹੁੰਦਾ ਅਨ, ਤਾਂ ਇਹਦਾ ਜਿਹੜਾ ਨਾਮ ਬਣ ਜਾਏਗਾ, ਪਹਿਲੀ ਚੀਜ਼ ਉਹ 'ਚ ਆਏਗੀ ਅਨ। ਉਸ ਤੋਂ ਬਾਅਦ 0 ਹੈ, 0 ਦਾ ਮਤਲਬ ਕੀ ਹੈ ਨਿਲ, ਤਾਂ ਅਨ ਤੋਂ ਬਾਅਦ ਆ ਗਿਆ ਜੀ ਨਿਲ। ਉਸ ਤੋਂ ਬਾਅਦ 3 ਹੈ, 3 ਦਾ ਮਤਲਬ ਹੈ ਟਰਾਈ, ਤਾਂ ਜੀ 3 ਦਾ ਮਤਲਬ ਹੈ ਟਰਾਈ। ਔਰ ਲਾਸਟ 'ਚ ਕੀ ਹੈ ਜੀ, ਹਰ ਨਾਮ ਈਐਮ ਦੇ ਨਾਲ ਹੀ ਖਤਮ ਕਰਨਾ ਹੈ। ਹੁਣ ਈਐਮ 'ਚ ਇੱਕ ਆਈ ਹੈ, ਇੱਥੇ ਆਈ ਪਹਿਲਾਂ ਹੀ ਆ ਗਿਆ ਟਰਾਈ 'ਚ, ਤਾਂ ਸਿਰਫ UM ਲਿਖਣਾ ਹੈ, ਆ ਬਣ ਗਿਆ। ਤਾਂ ਜਿਹੜਾ Z = 103 ਐਲੀਮੈਂਟ ਹੈ ਨਾ, ਉਹਦਾ ਨਾਮ ਉਹ ਲੱਭਿਆ ਗਿਆ ਨਹੀਂ ਲੱਭਿਆ ਗਿਆ ਪਤਾ ਨਹੀਂ, ਬਟ ਉਹਦਾ ਨਾਮ ਆਪਾਂ ਨੇ ਪਹਿਲਾਂ ਹੀ ਰੱਖ ਲਿਆ ਕਿ Z = 103 ਵਾਲਾ ਜਿਹੜਾ ਐਲੀਮੈਂਟ ਹੈ ਉਹਦਾ ਨਾਮ ਕੀ ਹੋਏਗਾ, ਅਨ ਨਿਲ ਟਰਾਈਐਮ। ਅਤੇ ਉਹਦਾ ਸਿੰਬਲ ਵੀ ਆਹ ਤਿੰਨ ਚੀਜ਼ਾਂ ਤੋਂ, ਅਨ 'ਚ ਪਹਿਲਾਂ ਹਮੇਸ਼ਾ ਪਹਿਲੀ ਚੀਜ਼ ਸਿੰਬਲ 'ਚ ਪਹਿਲੀ ਚੀਜ਼ ਕੈਪੀਟਲ ਰਹੇਗੀ, ਬਾਕੀ ਚੀਜ਼ ਸਮॉल ਚਲੇਗੀ। ਤਾਂ 1 ਹੈ, ਤਾਂ 1 ਨੂੰ ਅਨ ਬੋਲਦੇ ਆ, ਇਹਦਾ U ਕੈਪੀਟਲ, ਅਨ ਵਾਸਤੇ U ਯੂਜ਼ ਕਰਨਾ ਨਾ। ਨੀਲ ਵਾਸਤੇ ਕੀ ਯੂਜ਼ ਕਰਨਾ, ਨੀਲ ਵਾਸਤੇ N। ਹੁਣ ਪਹਿਲਾ ਕੈਪੀਟਲ ਲਿਖ ਲਿਆ, ਬਾਕੀ ਸਮॉल ਹੈ। ਉਸ ਤੋਂ ਬਾਅਦ ਅਨ ਨਿਲ ਤੋਂ ਬਾਅਦ ਹੈ ਟਰਾਈ ਵਾਸਤੇ T, ਤਾਂ U ਕੈਪੀਟਲ, ਸਮॉल n ਸਮॉल t। ਇਹ ਬਣ ਗਿਆ 103 ਵਾਲੇ ਦਾ ਸਿੰਬਲ। ਠੀਕ ਹੈ ਨਾ, ਜਿਵੇਂ ਸੋਡੀਅਮ ਦਾ ਸਿੰਬਲ Na ਹੁੰਦਾ ਹੈ, ਪੋਟੈਸ਼ੀਅਮ ਦਾ ਸਿੰਬਲ K ਹੁੰਦਾ ਹੈ, ਐਵੇਂ ਜਿਹੜਾ ਵੀ ਐਲੀਮੈਂਟ 103 ਐਟੋਮਿਕ ਨੰਬਰ ਵਾਲਾ ਹੈ ਉਹਦਾ ਸਿੰਬਲ ਹੋਏਗਾ UNT, U ਕੈਪੀਟਲ NT ਸਮॉल, ਔਰ ਉਹਦਾ ਨਾਮ ਹੋਏਗਾ ਅਨ ਨਿਲ ਟਰਾਈਅਮ। ਇੰਨੀ ਗੱਲ ਸਮਝ ਆ ਰਹੀ ਹੈ। ਠੀਕ ਹੈ, ਤਾਂ ਅਨ ਨਿਲ ਟਰਾਈਅਮ ਉਹਦਾ ਨਾਮ ਹੋ ਗਿਆ, ਔਰ U ਕੈਪੀਟਲ ਫਿਰ NT ਸਮॉल ਇਹ ਉਹਦਾ ਸਿੰਬਲ ਹੋ ਗਿਆ। ਅਤੇ ਐਵੇਂ ਤੁਹਾਨੂੰ ਜਿਹੜਾ ਮਰਜ਼ੀ ਐਲੀਮੈਂਟ ਪੁੱਛਿਆ ਜਾ ਸਕਦਾ ਹੈ। ਰੈਂਡਮਲੀ ਆਪਾਂ ਇੱਕ ਐਲੀਮੈਂਟ ਚੱਕਦੇ ਹਾਂ, ਮੰਨ ਲਓ Z = 107, ਇਹਦਾ ਨਾਮ ਦੱਸਣਾ ਔਰ ਇਹਦਾ ਸਿੰਬਲ ਦੱਸਣਾ ਹੈ। 1 ਦਾ ਮਤਲਬ ਹੈ ਜੀ ਅਨ, 0 ਦਾ ਮਤਲਬ ਹੈ ਨਿਲ, 7 ਦਾ ਮਤਲਬ ਹੈ ਸੈਪਟ, ਔਰ ਲਾਸਟ 'ਚ ਕੀ ਲਿਖਣਾ ਹੈ EM। ਤਾਂ ਜਿਹੜਾ ਵੀ ਐਲੀਮੈਂਟ 107 ਐਟੋਮਿਕ ਨੰਬਰ ਵਾਲਾ ਹੋਏਗਾ ਉਹਦਾ ਨਾਮ ਕੀ ਬਣ ਗਿਆ, ਉਹਦਾ ਨਾਮ ਬਣ ਗਿਆ ਅਨ ਨਿਲ ਸੈਪਟੀਅਮ। ਔਰ ਉਹਦਾ ਸਿੰਬਲ ਕੀ ਬਣ ਗਿਆ, ਅਨ ਦਾ U ਆ ਗਿਆ, ਕੈਪੀਟਲ U,
नील च नील का देखो सिंबल किवें यूज़ करना है, आ एबरीवेशन मतलब वो सिंबल च की बनेगा, सिंबल च आ गया एन, सैप्टियम का स्मॉल एस, तो यू एन एस वो सिंबल बन गया और अननिल सैप्टियम वो नाम बन गया। ये गल समझ आ रही है ना। ये थोड़ा ये बिल्कुल एक बेसिक जिहा क्वेश्चन बन जाता है। आप कोई भी होर जिवें NCERT के क्वेश्चन चक लैंने भी Z इक्वल्स टू जो 120 है, राइट द नेम एंड सिंबल ऑफ द एलीमेंट विद एटॉमिक नंबर 120। चलो जी 120 वाला चक लैंने। 120 वाला किवें बनेगा, देखो 1 मतलब कि अन, 2 मतलब कि बाय, सही है, 0 मतलब कि नील, अन बाय नीलियम, ईएम तो लास्ट च लगाना ही है। और यदा सिंबल की बनेगा, अन दा यू आ गया, बाय दा देख लो, बाय दा इत्थे बी आ गया, नील दा एन आ गया, यू बी एन ए दा सिंबल बन गया। पॉइंट समझ आ रहा है ना। तो एक छोटा जिहा टॉपिक सीगा बस ये कि जिन्ने भी एलीमेंट 100 या 100 तो ज़्यादा वाले एटॉमिक नंबर वाले ने, 100 वाले का नाम भी एवं आ जाएगा, जिन्ने भी एलीमेंट 100 या 100 तो ज़्यादा एटॉमिक नंबर वाले ने उन्हों नाम यानी कि नॉमनक्लेचर और सिंबल इस तरीके दे नाल लिखा जाता है। ठीक है, थोड़ा ये सारा याद होना चाहिए। खास गल लास्ट च EM लगाना है। ठीक है, अगर लास्ट च पहला ही आई लग रहा है तो ये नहीं भी IEM एवं आएगा, एक आई उड़ा देना है, सिंपली EM रह जाएगा। ये पार्ट समझ आ रहा है साਰਿਆਂ ਨੂੰ। ਐਵੇਂ ਆਪਣੇ ਵੱਲੋਂ रैंडमली कोई भी 3-4 एलीमेंट सोच लो। ठीक है, मैं ही बना दिना, तुसी जिवें ट्राई करो Z इक्वल्स टू 115, Z इक्वल्स टू 100, Z इक्वल्स टू 110, ਐਵੇਂ रैंडमली कोई भी 3 एलीमेंट चक ले, इन्हां दा नाम और इन्हां दा सिंबल अपने आप लिखण दी ट्राई कर लियो, तुहानूं पता लग जाएगा। वैसे पता ही लग रहा अन पेंटियम, सही है ना। ये तो बाद अननिल नीलियम, ये तो बाद आएगा अननीलियम, और वैसे हिसाब नाल सिंबल बन जाएगा। बहुत ईजी टॉपिक है, सिर्फ सानू आ सारा टेबल याद होना चाहिए। इन्ना पार्ट सारे समझ आ रहे। ठीक है, बहुत ही ईजी, बहुत आराम नाल, ये कोई लिखण की लोड़ नहीं है कि रूल क्या ने ने उन्हें। सिंपली ये क्वेश्चन यही बनता है कि कोई भी एलीमेंट का एटॉमिक नंबर देता तो दसो भी वह नाम की है, वह सिंबल की है, इस तरह नाल ही चलेगा। ठीक है, हुण जिहड़े Z इक्वल टू 100 तो उपर ने, 100 एटॉमिक नंबर तो ज़्यादा वाले, उस चों कई एलीमेंट तो पहले ही डिस्कवर हो रखे सीगे, तो कईयां दा नाम पहले ही कुछ होर रखा होया सीगा। बट अगर स्टैंडर्ड रूल्स नू फॉलो करिए तो उन्होंने नाम इस अकॉर्डिंगली चलेगा। तुसीं अगर पीरियोडिक टेबल देखोगे ना, तो पीरियोडिक टेबल से जोड़ा एटॉमिक नंबर 101, 102 इस तरह के एलीमेंट ने, उन्होंने नाम सिंबल थोड़ा इदां दे नहीं मिलणगे। ਜਿਹੜੇ बिल्कुल लास्ट च ने वो इदां ही लिखे हुए मिलणगे। बट ਜਿਹੜੇ 100, 102, 103, 105 ये वाले एलीमेंट्स ने, इन्हां दे तुसीं नाम पढ़ोगे तो कुछ होर ही होणगे, क्योंकि वो पहले डिस्कवर हो रखे सी, ये रूल बाद दे विच बनाया गया। इन्ना पार्ट नोट कर लिया सारे ने। ठीक है, हुण आपां सब तो मेन गल वल चलदे हां। हैडिंग लिख लो, ट्रेंड्स इन पीरियोडिक टेबल। सब तो इंपॉर्टेंट है पूरे चैप्टर के अंदर यह टॉपिक। इस तो बाद ही सारा चैप्टर एक तरह नाल कह लो भी चैप्टर हुण स्टार्ट होया है, जिहड़ा समझण वाला चैप्टर है। हुण तक तो उही पढ़ रहे सीगे जो 10th च ही पढ़ी जा रहे सीगे। ठीक है, ट्रेंड्स इन पीरियोडिक टेबल, सारा मॉडर्न पीरियोडिक टेबल ही है अपना। बाकी सारे पीरियोडिक टेबल्स की तो बस बेसिक इंट्रोडक्शन जी सीगी, उहदे अंदर कुछ खास नहीं सीगा। तो हैडिंग लिख लो, ट्रेंड्स इन पीरियोडिक टेबल। ठीक है, ये बारे लिखियो, देयर आर, पहले इनू स्टार्ट कर दें एक बार छोटी जी लाइन तो, देयर आर वेरियस प्रॉपर्टीज ऑफ एलिमेंट्स, there are various properties of elements such as melting point, density, radius, ठीक है, ionization enthalpy। There are various properties of elements such as density, radius, ionization enthalpy, melting point, which are directly or indirectly related to
electronic configuration of element, which are directly or indirectly related to electronic configuration of elements. ठीक है, ਹੁਣ बेसिकली ये ट्रेंड्स की है, मतलब ये प्रॉपर्टीज़ 'ਚ एक पैटर्न क्यों दिख रहा है, क्योंकि सब कुछ ही कॉन्फिगरेशन है। ठीक है ना, मैक्सिमम प्रॉपर्टीज़ किसी एलीमेंट ਦੀਆਂ ਉਹਦੀ ਕੌਨਫੀਗਰੇਸ਼ਨ ਦੇ ਅਕੋਰਡਿੰਗਲੀ ਚੱਲਦੀਆਂ ਨੇ, ਔਰ ਆਪਾਂ ਨੂੰ ਪਤਾ ਵੀ ਕੌਨਫੀਗਰੇਸ਼ਨ ਤਾਂ ਰਿਪੀਟ ਹੁੰਦੀ ਰਹਿੰਦੀ ਹੈ। ਠੀਕ ਹੈ, ਜਿਵੇਂ ਆਪਾਂ ਨੇ ਪੜ੍ਹੀ ਹੈ ਨਾ, ਇਸ ਬਲੌਕ ਦੇ ਪਹਿਲੇ ਪੂਰੀ ਜਿਹੜਾ ਪਹਿਲਾ ਪੂਰਾ ਗਰੁੱਪ ਹੈ ਸਭ ਦੀ ਕੌਨਫੀਗਰੇਸ਼ਨ S1 ਹੈ ਨਾ, NS1। ਤਾਂ ਕੌਨਫੀਗਰੇਸ਼ਨ ਰਿਪੀਟ ਹੋਏਗੀ ਤਾਂ ਪ੍ਰੋਪਰਟੀਜ਼ ਰਿਪੀਟ ਹੋਣਗੀਆਂ। ਹੁਣ ਆਪਾਂ ਕੌਨਫੀਗਰੇਸ਼ਨ ਅਤੇ ਪ੍ਰੋਪਰਟੀਜ਼ ਦਾ ਹੀ ਕੋਈ ਨਾ ਕੋਈ ਲਿੰਕ ਬਣਾਉਣਾ ਹੈ ਆਪਸ 'ਚ, ਜਗੇ ਆਪਾਂ ਜਿੰਨਾ ਵੀ ਚੈਪਟਰ ਆਪਣਾ ਪੜ੍ਹਿਆ ਹੋਇਆ, ਜਿੰਨਾ ਵੀ ਚੈਪਟਰ ਆਪਾਂ ਪੜ੍ਹਾਂਗੇ। ਠੀਕ ਹੈ, ਹੁਣ ਟ੍ਰੈਂਡਸ ਦੇ ਅੰਦਰ ਸਭ ਤੋਂ ਪਹਿਲਾਂ ਕੱਲੀ ਕੱਲੀ ਚੀਜ਼ ਨੂੰ ਆਪਾਂ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਟ੍ਰੈਂਡ ਹੈ ਉਹ ਅਸੀਂ ਪੜ੍ਹਾਂਗੇ, ਹੈਡਿੰਗ ਲਿਖ ਲਓ, ਐਟੋਮਿਕ ਰੇਡੀਆਈ ਜਾਂ ਰੇਡੀਅਸ ਕਹਿ ਲਓ, ਐਟੋਮਿਕ ਰੇਡੀਆਈ, RADII ਜਾਂ ਰੇਡੀਅਸ। ਠੀਕ ਹੈ, ਹੁਣ ਨਾ ਆਪਾਂ ਸਾਰਿਆਂ ਨੇ ਪਹਿਲੀ ਗੱਲ ਤਾਂ ਇਹਦੇ ਨਾਮ ਨੂੰ ਪੜ੍ਹੋ, ਐਟੋਮਿਕ ਰੇਡੀਅਸ। ਕਹਿਣ ਦਾ ਮਤਲਬ ਆ ਜਾਂਦਾ ਵੀ ਜੀ ਐਟਮ ਦਾ ਕਿੰਨਾ ਰੇਡੀਅਸ ਹੈ। ਹੁਣ ਰੇਡੀਅਸ ਕਿਉਂ ਯੂਜ਼ ਕੀਤਾ? ਰੇਡੀਅਸ ਤਾਂ ਸਰਕਲ 'ਚ ਯੂਜ਼ ਹੁੰਦਾ ਜਾਂ ਸਫੀਅਰ 'ਚ ਯੂਜ਼ ਹੁੰਦਾ ਹੈ ਨਾ, ਜਿਹੜੀ ਗੋਲ ਸ਼ੇਪ ਹੈ ਉਹ 'ਚ ਰੇਡੀਅਸ ਯੂਜ਼ ਹੁੰਦਾ। ਆਪਾਂ ਐਕਚੁਅਲੀ ਇੱਦਾਂ ਮੰਨ ਕੇ ਚੱਲਦੇ ਹਾਂ ਕਿ ਐਟਮ ਹੈ ਜਿਹੜਾ ਉਹ ਇੱਕ ਸਫੀਅਰ ਹੈ, ਪਰ ਐਟਮ ਮਤਲਬ ਸੈਂਟਰ 'ਚ ਨਿਊਕਲੀਅਸ, ਉਹਦੇ ਆਲੇ ਦੁਆਲੇ ਇਲੈਕਟ੍ਰੋਨ, ਇਹ ਸਾਰਾ ਮਿਲਾ ਕੇ ਇੱਕ ਗੋਲੇ ਵਰਗਾ ਦਿਖ ਰਿਹਾ। ਠੀਕ ਹੈ, ਅਤੇ ਆਪਾਂ ਐਟੋਮਿਕ ਰੇਡੀਅਸ ਕਿਹਨੂੰ ਬੋਲਾਂਗੇ? ਉਹ ਜਿਵੇਂ ਨਾਰਮਲ ਉਹਦਾ ਰੇਡੀਅਸ ਹੁੰਦਾ ਵੀ ਸੈਂਟਰ ਤੋਂ ਲੈ ਕੇ ਬਾਹਰ ਵਾਲੀ ਬਾਊਂਡਰੀ ਤੱਕ ਦਾ ਕਿੰਨਾ ਡਿਸਟੈਂਸ ਹੈ ਨਾ, ਉਹਨੂੰ ਰੇਡੀਅਸ ਬੋਲਾਂਗੇ। ਪਰ ਇੱਕ ਛੋਟੀ ਜਿਹੀ ਦਿੱਕਤ ਹੈ, ਰੇਡੀਅਸ ਮਾਪਣਾ ਇੰਨਾ ਸੌਖਾ ਨਹੀਂ ਹੈ। ਤੁਸੀਂ ਯਾਦ ਕਰੋ ਇਲੈਕਟ੍ਰੋਨ ਕਲਾਊਡ ਹੈ ਨਾ, ਐਟਮ ਦੀ ਤਾਂ ਕੋਈ ਡਿਫਾਈਨਡ ਬਾਊਂਡਰੀ ਉਹ ਨਹੀਂ ਹੁੰਦੀ, ਕਿਉਂਕਿ ਜਿਹੜਾ ਇਲੈਕਟ੍ਰੋਨ ਹੈ ਉਹਦੀ ਕਿਹੜਾ ਐਗਜ਼ੈਕਟ ਪੋਜੀਸ਼ਨ ਸਾਨੂੰ ਪਤਾ ਹੈ। ਯਾਦ ਹੈ ਨਾ, ਪਿਛਲਾ ਚੈਪਟਰ ਸਾਰਾ ਕੁਝ ਇਹੀ ਕਰ ਰਹੇ ਸੀ ਐਂਡ 'ਚ ਆ ਕੇ, ਕਿ ਜਿਹੜਾ ਐਟਮ ਹੈ ਜੀ ਉਹ ਜਿਹੜਾ ਇਲੈਕਟ੍ਰੋਨ ਹੈ ਉਹਦੀ ਐਗਜ਼ੈਕਟ ਪੋਜੀਸ਼ਨ ਸਾਨੂੰ ਨਹੀਂ ਪਤਾ, ਇਲੈਕਟ੍ਰੋਨ ਦਾ ਕਿਵੇਂ ਦਾ ਮੋਸ਼ਨ ਹੈ ਸਾਨੂੰ ਨਹੀਂ ਪਤਾ। ਅਸੀਂ ਤਾਂ ਸਿਰਫ ਇਲੈਕਟ੍ਰੋਨ ਕਲਾਊਡ ਨਾਲ ਡੀਲ ਕਰਦੇ ਹਾਂ, ਅਸੀਂ ਤਾਂ ਸਿਰਫ ਇੱਕ ਐਵੇਂ ਦਾ ਏਰੀਆ ਦੇਖਦੇ ਹਾਂ ਜਿਹ 'ਚ ਇਲੈਕਟ੍ਰੋਨ ਹੋ ਸਕਦਾ ਹੈ, ਔਰ ਉਹ ਏਰੀਆ ਦੀ ਕੋਈ ਫਿਕਸ ਬਾਊਂਡਰੀ ਨਹੀਂ ਹੈ ਨਾ। ਤਾਂ ਰੇਡੀਅਸ ਨੂੰ ਮੇਜਰ ਕਰਨਾ ਬਹੁਤ ਮੁਸ਼ਕਿਲ ਕੰਮ ਹੈ। ਠੀਕ ਹੈ ਨਾ, ਇਸੇ ਕਰਕੇ ਆਪਾਂ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਾਂ ਵੀ ਸਾਨੂੰ ਪਤਾ ਲੱਗੇ ਵੀ ਸੈਂਟਰ ਤੋਂ ਲੈ ਕੇ ਐਟਮ ਦਾ ਜਿਹੜਾ ਸੈਂਟਰ ਹੈ, ਨਿਊਕਲੀਅਸ ਦਾ ਜਿਹੜਾ ਸੈਂਟਰ ਹੈ, ਉੱਥੋਂ ਲੈ ਕੇ ਐਟਮ ਦੀ ਜਿਹੜੀ ਬਾਊਂਡਰੀ ਹੈ ਉਹ ਕਿੱਥੇ ਕੁ ਤੱਕ ਜਾਂਦੀ ਹੈ। ਹੁਣ ਬਾਊਂਡਰੀ ਕਿਵੇਂ ਪਤਾ ਲੱਗੇਗੀ? ਐਟਮ ਦਾ ਜਿਹੜਾ ਆਖਰੀ ਇਲੈਕਟ੍ਰੋਨ ਹੈ ਉਹ ਕਿੰਨੀ ਕੁ ਦੂਰ ਤੱਕ ਪਿਆ ਹੈ, ਸੈਂਟਰ ਤੋਂ ਲੈ ਕੇ ਕਿੰਨੀ ਕੁ ਦੂਰ ਤੱਕ ਪਿਆ, ਆਖਰੀ ਇਲੈਕਟ੍ਰੋਨ ਹੀ ਦੱਸੇਗਾ ਨਾ ਬਾਊਂਡਰੀ ਕਿੱਥੇ ਹੈ। ਤਾਂ ਐਟੋਮਿਕ ਰੇਡੀਅਸ ਦਾ ਉੱਪਰੋਂ ਮਤਲਬ ਇਹ ਹੈ ਕਿ ਜੀ ਨਿਊਕਲੀਅਸ ਦੇ ਸੈਂਟਰ ਤੋਂ ਲੈ ਕੇ ਆਖਰੀ ਇਲੈਕਟ੍ਰੋਨ ਜਿੰਨਾ ਦੂਰ ਪਿਆ ਹੈ ਉਹ ਐਟਮ ਦਾ ਰੇਡੀਅਸ ਹੈ ਜਾਂ ਫਿਰ ਐਟਮ ਦਾ ਸਾਈਜ਼ ਹੈ। ਪਰ ਇਹ ਇੰਨਾ ਸਿੰਪਲ ਨਹੀਂ ਹੈ, ਰੀਜ਼ਨ ਵੀ ਮੈਂ ਦੱਸਦਾ ਕਿਉਂ। ਪਹਿਲੀ ਗੱਲ ਤਾਂ ਐਟਮ ਬਹੁਤ ਜ਼ਿਆਦਾ ਹੀ ਛੋਟਾ ਹੈ, ਤਾਂ ਉਹਦਾ ਐਗਜ਼ੈਕਟ ਰੇਡੀਅਸ ਦੱਸਣਾ ਸਾਡੇ ਲਈ ਪੋਸੀਬਲ ਨਹੀਂ ਹੈ। ਦੂਜੀ ਗੱਲ, ਐਟਮ ਇੰਨਾ ਜ਼ਿਆਦਾ ਛੋਟਾ, ਚਲੋ ਇਹ ਗੱਲ ਠੀਕ ਹੈ। ਦੂਜੀ ਗੱਲ, ਜਿਹੜਾ ਇਲੈਕਟ੍ਰੋਨ ਹੈ ਉਹਦੀ ਵੀ ਕੋਈ ਫਿਕਸ ਬਾਊਂਡਰੀ ਨਹੀਂ ਹੈ ਵੀ ਇਲੈਕਟ੍ਰੋਨ ਕਿੱਥੇ ਕੁ ਤੱਕ ਜਾਂਦਾ। ਯਾਦ ਹੈ ਨਾ ਇਲੈਕਟ੍ਰੋਨ ਕਲਾਊਡ, ਇਹ ਵੀ ਇੱਕ ਬਹੁਤ ਬੜੀ ਦਿੱਕਤ ਹੈ। ਤਾਂ ਆਪਾਂ ਐਟੋਮਿਕ ਰੇਡੀਅਸ ਲੱਭਣ ਦੇ ਬੜੇ ਸਾਰੇ ਆਪਣੇ ਤਰੀਕੇ ਲੱਭੇ ਹੋਏ ਨੇ, ਬੜੇ ਸਾਰੇ ਆਪਣੀਆਂ ਸਕੀਮਾਂ ਲਾਈਆਂ ਹੋਈਆਂ ਨੇ ਜਿਹਦੇ ਨਾਲ ਅਸੀਂ ਐਟੋਮਿਕ ਰੇਡੀਅਸ ਲੱਭਦੇ ਹਾਂ। ਠੀਕ ਹੈ ਨਾ, ਐਟਮ ਕੱਲਾ ਨਹੀਂ ਮਿਲਦਾ ਸਾਨੂੰ। ਹੁਣ ਤੁਸੀਂ ਕੋਈ ਵੀ ਐਗਜ਼ਾਮਪਲ ਸੋਚ ਲਓ, ਕੋਈ ਵੀ ਐਲੀਮੈਂਟ ਸੋਚ ਲਓ, ਉਹਦੇ ਕੱਲਾ ਉਹ ਕਿਤੇ ਕੱਲਾ ਪਿਆ ਹੈ, ਇਹਦੇ ਚਾਂਸਿਸ ਵੀ ਬਹੁਤ ਘੱਟ ਹੈ। ਐਟਮਸ ਤਾਂ ਇੰਨੇ ਰਿਐਕਟਿਵ ਹੁੰਦੇ ਨੇ, ਮੈਟਲ ਇਲੈਕਟ੍ਰੋਨ ਲੂਜ਼ ਕਰਦੇ ਰਹਿੰਦੇ ਨੇ, ਨਾਨ ਮੈਟਲ ਗੇਨ ਕਰਦੇ ਰਹਿੰਦੇ ਨੇ, ਹੈ ਨਾ, ਇਹ ਆਪਸ 'ਚ ਜੁੜਦੇ ਰਹਿੰਦੇ ਨੇ। ਤਾਂ ਐਟਮ ਦਾ ਰੇਡੀਅਸ ਲੱਭਣਾ, ਐਟਮ ਤਾਂ ਇਕੱਲਾ ਹੁੰਦਾ ਨਾ, ਤਾਂ ਇਕੱਲੇ ਦਾ ਰੇਡੀਅਸ ਲੱਭਣਾ ਬਹੁਤ ਔਖਾ ਹੈ, ਕਿਉਂਕਿ ਇਕੱਲੇ ਦੇ ਰੇਡੀਅਸ ਲਈ ਇਕੱਲਾ ਹੋਣਾ ਵੀ ਤਾਂ ਚਾਹੀਦਾ, ਪਰ ਐਟਮ ਤਾਂ ਹਮੇਸ਼ਾ ਜੁੜਦਾ ਰਹਿੰਦਾ ਦੂਸਰੀਆਂ ਚੀਜ਼ਾਂ ਦੇ ਨਾਲ, ਦੂਜੇ ਐਟਮਸ ਦੇ ਨਾਲ। ਤਾਂ ਇਹ 3-4 ਪ੍ਰੋਬਲਮਸ ਨੇ ਜਿਹਦੇ ਕਰਕੇ ਐਟੋਮਿਕ ਰੇਡੀਅਸ ਨੂੰ ਮੈਜਰ ਕਰਨਾ ਇੰਨਾ ਸੌਖਾ ਨਹੀਂ ਹੈ। ਇੰਨੀ ਗੱਲ ਸਮਝ ਆ ਰਹੀ ਹੈ ਨਾ? ਠੀਕ ਹੈ, ਤਾਂ ਆਪਾਂ ਨਾ ਬੜੇ ਤਰ੍ਹਾਂ ਦੇ ਐਟੋਮਿਕ ਰੇਡੀਅਸ ਨੂੰ ਲੱਭਣ ਦੇ ਤਰੀਕੇ ਲੱਭੇ ਹੋਏ ਨੇ। ਠੀਕ ਹੈ, ਜਿਨ੍ਹਾਂ 'ਚ ਕਾਫੀ ਗਲਤੀਆਂ ਵੀ ਨੇ, ਨੋ ਡਾਊਟ, ਬਟ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ ਨਾ। ਹੁਣ ਐਟਮ ਕੱਲਾ ਕੱਢਣਾ ਬਹੁਤ ਔਖਾ, ਸਿਰਫ ਨੋਬਲ ਗੈਸਿਸ ਹੈ ਜਿਹੜੀਆਂ ਕਿਸੇ ਨਾਲ ਨਹੀਂ ਜੁੜਦੀਆਂ। ਨੋਬਲ ਗੈਸਿਸ ਦੇ ਅੰਦਰ ਵੀ ਜ਼ੀਨੋਨ ਵਗੈਰਾ ਜੁੜਦੀ ਹੈ, ਅਦਰਵਾਈਜ਼ ਨੋਬਲ ਗੈਸਿਸ ਹੈ ਜਿਹੜੀਆਂ ਕੱਲੀਆਂ ਅਵੇਲੇਬਲ ਹੁੰਦੀਆਂ ਨੇ। ਤਾਂ ਨੋਬਲ ਗੈਸਿਸ ਦਾ ਐਟੋਮਿਕ ਰੇਡੀਅਸ ਸ਼ਾਇਦ ਦੇਖਿਆ ਜਾ ਸਕਦਾ ਹੈ ਨਾ, ਪਰ ਬਾਕੀ ਸਾਰੇ ਤਾਂ ਆਪਸ 'ਚ ਜੁੜੇ ਪਏ ਹੁੰਦੇ ਨੇ ਹਮੇਸ਼ਾ।
ਤਾਂ ਉਹ ਬੌਂਡ ਵੀ ਬਣਾ ਰਹੇ ਨੇ ਇੱਕ ਹੋਰ ਚੀਜ਼ਾਂ ਨਾਲ। ਤਾਂ ਆਪਾਂ ਇਕੱਲੇ ਐਟਮ ਨੂੰ ਪਹਿਲੀ ਗੱਲ ਤਾਂ ਅੱਡ ਕਰਨਾ ਬਹੁਤ ਮੁਸ਼ਕਿਲ ਹੈ। ਐਟਮ ਛੋਟਾ ਬਹੁਤ ਹੈ, ਇਲੈਕਟ੍ਰੋਨ ਜਿੰਨੀ ਕੁ ਦੂਰ ਜਾ ਸਕਦਾ ਇਹਦੀ ਕੋਈ ਫਿਕਸ ਬਾਉਂਡਰੀ ਨਹੀਂ ਹੈ, ਹੈ ਨਾ। ਇਲੈਕਟ੍ਰੋਨ ਦੀ ਸਾਨੂੰ ਐਗਜ਼ੈਕਟ ਪੋਜੀਸ਼ਨ ਤਾਂ ਪਤਾ ਵੀ ਨਹੀਂ ਹੁੰਦੀ। ਤਾਂ ਐਟੋਮਿਕ ਰੇਡੀਅਸ ਨੂੰ ਮੈਜਰ ਕਰਨ ਦੇ ਬੜੀ ਸਾਰੀਆਂ ਰਸਤੇ 'ਚ ਹਰਡਲਸ ਨੇ, ਬੜੀ ਸਾਰੀਆਂ ਪ੍ਰੋਬਲਮਸ ਨੇ, ਠੀਕ ਹੈ ਨਾ। ਆਪਾਂ ਇੱਕ ਵਾਰੀ ਚਲੋ ਇਹਨੂੰ ਇਹ ਥੋੜ੍ਹਾ ਜਿਹਾ ਲਿਖਦੇ ਹਾਂ, ਇਹਦੇ ਬਾਰੇ ਪਹਿਲਾਂ ਲਿਖੋ ਮਾੜਾ ਜਿਹਾ। ਦ ਡਿਸਟੈਂਸ, ਐਟੋਮਿਕ ਰੇਡੀਅਸ 'ਚ ਪਹਿਲਾਂ ਤਾਂ ਲਿਖੋ ਦ ਡਿਸਟੈਂਸ ਫਰੋਮ ਸੈਂਟਰ ਆਫ ਨਿਊਕਲੀਅਸ, the distance from center of nucleus to outermost shell containing electron, the distance from center of nucleus to outermost shell containing electron is known as atomic radius, is known as atomic radius। अगली लाइन च लिखो, it is very difficult, it is very difficult to determine the exact radius of atom, it is very difficult to determine the exact radius of atom because of the following reasons, because of the following reasons। पहला point, the size of atom is very small, the size of atom is very small। दूसरा point, the atom does not have any well defined boundary, the atom does not have any well defined boundary। तीसरा point, atoms are generally available in combined form, atoms are generally available in combined form and the size of atom and the size of atom changes and the size of atom changes in going from one bonded form to other bonded form। ਇਹਦਾ मैं मतलब समझाना। and the size of atom changes in going from one bonded form to other bonded form, ठीक है ना। ਹੁਣ ਐਟਮ ਕਿਹੜਾ ਇੱਕ ਤਰ੍ਹਾਂ ਨਾਲ ਜੁੜਦਾ ਹੈ, ਤੁਸੀਂ ਵੀ ਪੜ੍ਹਿਆ ਹੋਣਾ ਵੀ ਐਟਮ ਕੋਵਲੈਂਟ ਬੌਂਡ ਨਾਲ ਵੀ ਜੁੜਦਾ ਹੈ, ਆਇਨਿਕ ਬੌਂਡ ਨਾਲ ਵੀ ਜੁੜਦਾ ਹੈ, ਮੈਟੈਲਿਕ ਬੌਂਡ ਨਾਲ ਵੀ ਜੁੜਦਾ ਹੈ, ਠੀਕ ਹੈ ਨਾ, ਕੋਆਰਡੀਨੇਸ਼ਨ ਬੌਂਡ ਨਾਲ ਵੀ ਜੁੜਦਾ ਹੈ। ਤੇ ਹਰ ਵਾਰੀ ਜਦੋਂ ਪਹਿਲੀ ਗੱਲ ਤਾਂ ਐਟਮ ਇਕੱਲਾ ਮਿਲਦਾ ਨਹੀਂ, ਤੇ ਐਟਮ ਜਦੋਂ ਵੀ ਮਿਲੇਗਾ ਤਾਂ ਜੁੜੀ ਹੋਈ ਫਾਰਮ 'ਚ ਮਿਲੇਗਾ, ਕਿਸੇ ਨਾ ਕਿਸੇ ਨਾਲ ਜੁੜਿਆ ਹੋਏਗਾ, ਠੀਕ ਹੈ, ਨੋਬਲ ਗੈਸਿਸ ਨੂੰ ਛੱਡ ਕੇ। ਹੁਣ ਜਦੋਂ ਕਿਸੇ ਨਾ ਕਿਸੇ ਨਾਲ ਜੁੜਿਆ ਹੋਏਗਾ ਤਾਂ ਦੇਖੋ ਜਦੋਂ ਦੋ ਐਟਮਸ ਜੁੜਦੇ ਨੇ ਤਾਂ ਇਹਨਾਂ ਦੇ ਨਿਊਕਲੀਅਸ, ਇਲੈਕਟ੍ਰੋਨਸ ਇਹ ਆਪਸ 'ਚ ਅਟਰੈਕਸ਼ਨ ਕਰਦੇ ਨੇ ਤੇ ਇਹਨਾਂ ਦਾ ਸਾਈਜ਼ ਘਟਦਾ ਵੱਧਦਾ ਰਹਿੰਦਾ ਹੈ ਡਿਪੈਂਡਿੰਗ ਅਪੋਨ ਕਿਵੇਂ ਦੀ ਬੌਂਡ ਬਣਾਈ ਹੈ, ਠੀਕ ਹੈ ਨਾ। ਤਾਂ ਐਟਮ ਦਾ ਇਕੱਲੇ ਦਾ ਸਾਈਜ਼ ਮੇਜਰ ਕਰਨਾ ਬਹੁਤ ਮੁਸ਼ਕਿਲ ਹੈ। ਇਸੇ ਕਰਕੇ ਆਪਾਂ ਐਟੋਮਿਕ ਰੇਡੀਅਸ ਨੂੰ 3-4 ਤਰ੍ਹਾਂ ਦੇ ਪਾਰਟਸ 'ਚ ਡਿਵਾਈਡ ਕੀਤਾ ਹੋਇਆ। ਕਿਵੇਂ ਡਿਵਾਈਡ ਕੀਤਾ ਹੋਇਆ, ਮੰਨ ਲਓ ਐਟਮ ਨੇ ਕੋਵਲੈਂਟ ਬੌਂਡ ਬਣਾਈ ਹੈ, ਠੀਕ ਹੈ। ਤਾਂ ਕੋਵਲੈਂਟ ਬੌਂਡ ਅਗਰ ਕੋਈ ਮੋਲੀਕਿਊਲ ਹੈ ਤਾਂ ਉਹਦਾ ਰੇਡੀਅਸ ਮੈਜਰ ਕਰਨ ਦਾ ਤਰੀਕਾ ਕੁਝ ਅਲੱਗ ਹੋਏਗਾ, ਤਾਂ ਉਹਨੂੰ ਆਪਾਂ ਅਲੱਗ ਰੇਡੀਅਸ ਬੋਲਦੇ ਹਾਂ, ਉਹਨੂੰ ਬੋਲਦੇ ਹਾਂ ਕੋਵਲੈਂਟ ਰੇਡੀਅਸ। ਅਗਰ ਮੈਟਲ ਨੇ ਜਾਂ ਅਗਰ ਐਲੀਮੈਂਟ ਨੇ ਕਿਤੇ ਆਇਨਿਕ ਬੌਂਡ ਬਣਾਈ ਹੋਈ ਹੈ ਤਾਂ ਉਹਦਾ ਰੇਡੀਅਸ ਦੇਖਣ ਦਾ ਤਰੀਕਾ ਅਲੱਗ ਹੋਏਗਾ, ਤਾਂ ਉੱਥੇ ਰੇਡੀਅਸ ਵੀ ਉਹਦਾ ਅਲੱਗ ਹੋਏਗਾ, ਉਹਨੂੰ ਅਸੀਂ ਬੋਲ ਦਿੰਦੇ ਹਾਂ ਆਇਨਿਕ ਰੇਡੀਅਸ, ਠੀਕ ਹੈ ਨਾ। ਅਗਰ ਐਲੀਮੈਂਟ ਨੇ ਕਿਤੇ ਮੈਟੈਲਿਕ ਬੌਂਡ ਬਣਾਈ ਹੋਈ ਹੈ ਤਾਂ ਉਹਦਾ ਰੇਡੀਅਸ ਦੇਖਣ ਦਾ ਤਰੀਕਾ ਜਾਂ ਉਹਦਾ ਰੇਡੀਅਸ ਵੀ ਅਲੱਗ ਹੋਏਗਾ, ਤਾਂ ਉਹਨੂੰ ਅਸੀਂ ਬੋਲ ਦਿੰਦੇ ਹਾਂ ਮੈਟੈਲਿਕ ਰੇਡੀਅਸ। ਔਰ ਅਗਰ ਮੈਟਲ ਨੇ ਕੋਈ ਬੌਂਡ ਨਹੀਂ ਬਣਾਈ ਹੋਈ, ਕਿਤੇ ਜੁੜਿਆ ਨਹੀਂ ਹੋਇਆ, ਜਿਵੇਂ ਕਿ ਨੋਬਲ ਗੈਸਿਸ, ਠੀਕ ਹੈ ਨਾ,
ਤਾਂ ਹਰ ਨਿਊਟਰਲ ਚੀਜ਼ਾਂ ਦੇ ਅੰਦਰ ਜਿਹੜੀ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ ਉਹਨੂੰ ਵਨ ਡਰ ਵਾਲ ਫੋਰਸ ਕਹਿੰਦੇ ਆ। ਇਹ ਵੀ ਤੁਸੀਂ ਅੱਗੇ ਚੱਲ ਕੇ ਪੜ੍ਹੋਗੇ, ਠੀਕ ਹੈ। ਤਾਂ ਉੱਥੇ ਰੇਡੀਅਸ ਦੀ ਵੈਲਿਊ ਅਲੱਗ ਆਉਂਦੀ ਹੈ, ਤਾਂ ਉੱਥੇ ਉਹਨੂੰ ਬੋਲਦੇ ਆ ਵਨ ਡਰ ਵਾਲ ਰੇਡੀਅਸ। ਤਾਂ ਐਟੋਮਿਕ ਰੇਡੀਅਸ ਦੀ ਆਪਣੀ, ਐਟਮ ਤਾਂ ਇਕੱਲਾ ਹੁੰਦਾ ਹੀ ਨਹੀਂ ਨਾ, ਐਟਮ ਤਾਂ ਹਮੇਸ਼ਾ ਜੁੜਿਆ ਹੁੰਦਾ, ਔਰ ਜਿਵੇਂ ਜੁੜੇਗਾ, ਜਿਸ ਹਿਸਾਬ ਨਾਲ ਜੁੜੇਗਾ, ਜਿਹਦੇ ਨਾਲ ਜੁੜੇਗਾ, ਉਹਦੇ ਅਕੋਰਡਿੰਗਲੀ ਇਹਦਾ ਸਾਈਜ਼ ਵੀ ਵੱਧਦਾ ਘਟਦਾ ਰਹਿੰਦਾ। ਤਾਂ ਆਪਾਂ ਐਟੋਮਿਕ ਰੇਡੀਅਸ ਨੂੰ 3-4 ਪਾਰਟਸ 'ਚ ਡਿਵਾਈਡ ਕੀਤਾ ਹੋਇਆ, ਡਿਪੈਂਡਿੰਗ ਅਪੋਨ ਵੀ ਉਹ ਜੁੜਿਆ ਕਿਸ ਤਰ੍ਹਾਂ ਨਾਲ ਹੋਇਆ, ਠੀਕ ਹੈ ਨਾ। ਤਾਂ ਐਟੋਮਿਕ ਰੇਡੀਅਸ ਦੇ ਅੰਦਰ ਹੀ ਇਹ ਪਾਰਟ ਲਿਖ ਲਓ, ਇਹ ਪਾਰਟ ਕੋਵੈਲੈਂਟ ਰੇਡੀਅਸ। ਨਾਮ ਤੋਂ ਹੀ ਪਤਾ ਚੱਲ ਰਿਹਾ ਨਾ ਵੀ ਜਦੋਂ ਕੋਈ ਕੋਵੈਲੈਂਟ ਬੌਂਡ ਬਣਾਈ ਹੋਏਗੀ ਕਿਸੇ ਐਟਮ ਨੇ, ਤਾਂ ਉੱਥੇ ਉਹਦਾ ਕੀ ਸਾਈਜ਼ ਹੋਏਗਾ, ਉਹਨੂੰ ਕੋਵੈਲੈਂਟ ਰੇਡੀਅਸ ਬੋਲਿਆ ਜਾਂਦਾ ਹੈ, ਠੀਕ ਹੈ। ਤਾਂ ਪਹਿਲਾਂ ਇਹਦੀ ਡੈਫੀਨੇਸ਼ਨ ਲਿਖਦੇ ਹਾਂ, ਫਟਾਫਟ ਲਿਖੋ। 1/2 यानी कि हाफ लिखण च आ जाएगा 1/2 ऑफ डिस्टेंस, 1/2 ऑफ डिस्टेंस बिटवीन सेंटर्स ऑफ 1/2 ऑफ डिस्टेंस बिटवीन सेंटर्स ऑफ न्यूक्लियाई ऑफ, एक हुंदा न्यूक्लियस, दो रहणगे न्यूक्लियाई, NuClei, 1/2 of distance between centers of nuclei of two similar atoms, 1/2 of distance between center of nuclei of two similar atoms bonded by a single covalent bond, bonded by a single covalent bond is known as covalent radius, is known as covalent radius। ਇਹਦਾ ਇੱਕ ਛੋਟਾ ਜਿਹਾ ਫਾਰਮੂਲਾ ਲਿਖ ਲਓ, R covalent equals to internuclear distance between two atoms, internuclear distance between two bonded atoms लिख लो, two bonded atoms divided by 2, internuclear distance between two bonded atoms divided by 2। ਇਹਦਾ ਮਤਲਬ ਹੁਣ ਮੰਨ ਲਓ ਮੇਰੇ ਕੋਲ ਇੱਕ ਐਟਮ ਹੈ ਜੀ, ਇੱਥੇ ਮੈਂ ਇੱਕ ਐਟਮ ਬਣਾ ਦਿੰਦਾ, ਇਹ ਦੂਜੇ ਐਟਮ ਨਾਲ ਕੋਵੈਲੈਂਟ ਬੌਂਡ 'ਚ ਬਣਿਆ ਹੋਇਆ, ਠੀਕ ਹੈ। ਤਾਂ ਤੁਹਾਨੂੰ ਵੀ ਪਤਾ ਹੋਣਾ ਵੀ ਜਿਹੜੀ ਕੋਵੈਲੈਂਟ ਬੌਂਡ ਹੁੰਦੀ ਹੈ ਇਹਦੇ 'ਚ ਨਾ ਸ਼ੇਅਰਿੰਗ ਹੁੰਦੀ ਹੈ, ਸ਼ੇਅਰਿੰਗ ਆਫ ਇਲੈਕਟ੍ਰੋਨ, ਹੈ ਨਾ। ਤਾਂ ਕੁਝ ਇਸ ਤਰ੍ਹਾਂ ਨਾਲ ਤੁਸੀਂ 10th 'ਚ ਵੀ ਬਣਾਉਂਦੇ ਹੋਣੇ, ਕੋਵੈਲੈਂਟ ਬੌਂਡ ਇਸ ਤਰ੍ਹਾਂ ਨਾਲ ਬਣਦੀ ਹੈ, ਯਾਨੀ ਕਿ ਇਹਦਾ ਇਲੈਕਟ੍ਰੋਨ ਕਲਾਊਡ ਔਰ ਇਹਦਾ ਇਲੈਕਟ੍ਰੋਨ ਕਲਾਊਡ ਸ਼ੇਅਰ ਹੋ ਗਿਆ, ਓਵਰਲੈਪ ਹੋ ਗਿਆ, ਹੈ ਨਾ। ਆ ਇਹਦਾ ਸੈਂਟਰ ਹੈ, ਆ ਇਹਦਾ ਸੈਂਟਰ ਹੈ। ਹੁਣ ਦੇਖੋ ਕਹਿੰਦੇ ਇੱਥੋਂ ਲੈ ਕੇ ਐਗਜ਼ੈਕਟ ਕਿੱਥੇ ਕੁ ਸੈਂਟਰ ਹੈ ਉਹ ਸਾਨੂੰ ਨਹੀਂ ਪਤਾ, ਪਰ ਆਪਾਂ ਕੀ ਕਰਦੇ ਹਾਂ, ਆਪਾਂ ਇਹਦੇ ਸੈਂਟਰ ਤੋਂ ਇਹਦੇ ਸੈਂਟਰ ਤੱਕ ਪਹਿਲੇ ਐਟਮ ਦੇ, ਇਹਨੂੰ ਐਟਮ ਨੂੰ ਨਾਮ ਦੇ ਦਿੰਦੇ ਹਾਂ A, ਦੂਜੇ ਨੂੰ ਵੀ ਚਲੋ A ਨਾਮ ਦੇ ਦਿੰਦੇ ਹਾਂ, ਠੀਕ ਹੈ। ਕਹਿੰਦੇ A ਔਰ A ਦੇ ਸੈਂਟਰ ਦਾ ਅਸੀਂ ਡਿਸਟੈਂਸ ਲੱਭਦੇ ਹਾਂ। ਆ ਜਿਹੜੇ ਦੋਨਾਂ ਦੇ ਸੈਂਟਰ ਦੇ ਵਿਚਲਾ ਡਿਸਟੈਂਸ ਹੁੰਦਾ ਹੈ, ਇਹਨੂੰ ਕਹਿੰਦੇ ਨੇ ਇੰਟਰਨਿਊਕਲੀਅਰ ਡਿਸਟੈਂਸ, ਇੰਟਰਨਿਊਕਲੀਅਰ ਡਿਸਟੈਂਸ। ਤਾਂ ਅਸੀਂ ਆ ਟੋਟਲ ਡਿਸਟੈਂਸ ਲੱਭਦੇ ਹਾਂ, ਇਹਦਾ ਹਾਫ ਕਰ ਦਿੰਦੇ ਹਾਂ। ਅਗਰ ਟੋਟਲ ਡਿਸਟੈਂਸ ਦਾ ਹਾਫ ਕਰੀਏ ਤਕਰੀਬਨ ਇੱਥੇ ਕੁ ਆਏਗਾ, ਅੰਦਾਜ਼ੇ ਦੇ ਨਾਲ ਜੇ ਲਗਾਈਏ ਆਪਾਂ, ਟੋਟਲ ਡਿਸਟੈਂਸ ਦਾ ਹਾਫ ਤਕਰੀਬਨ ਇੱਥੇ ਕੁ ਆਏਗਾ। ਸਰ ਐਕਚੁਅਲ ਐਟਮ ਤਾਂ ਬੜਾ ਹੈ ਜੀ, ਜਿਹੜਾ ਅਸੀਂ ਦੇਖ ਰਹੇ ਹਾਂ ਉਹ ਤਾਂ ਛੋਟਾ ਆ ਗਿਆ, ਬਿਲਕੁਲ, ਪਰ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ। ਹੁਣ ਐਟਮ ਜੁੜਿਆ ਹੋਇਆ ਹੈ, ਤਾਂ ਅਸੀਂ ਇਹਨੂੰ ਅਲੱਗ ਕਿਵੇਂ ਕਰੀਏ, ਜਾਂ ਅਲੱਗ ਕਰੀਏ ਤਾਂ ਵੀ ਇਹਨਾਂ 'ਚ ਫਰਕ ਰਹੇਗਾ। ਤਾਂ ਆਪਾਂ ਕੀ ਕਰਦੇ ਹਾਂ, ਆਪਾਂ ਸਿੱਧਾ ਤਰੀਕਾ ਅਪਣਾਉਂਦੇ ਹਾਂ ਵੀ ਟੋਟਲ ਡਿਸਟੈਂਸ ਦੋਨਾਂ ਦੇ ਸੈਂਟਰ ਦਾ ਲੱਭ ਲੈਂਦੇ ਹਾਂ, ਉਹਦਾ ਹਾਫ ਕਰ ਦਿੰਦੇ ਹਾਂ, ਇੱਥੇ ਤੱਕ ਆ ਜਾਂਦਾ ਉਹ। ਐਕਚੁਅਲ ਐਟਮ ਦਾ ਸਾਈਜ਼ ਬੜਾ ਹੈ, ਪਰ ਕੋਵੈਲੈਂਟ ਰੇਡੀਅਸ ਯਾਨੀ ਕਿ ਜਦੋਂ ਆਪਾਂ ਟੋਟਲ ਦਾ ਹਾਫ ਕਰਦੇ ਹਾਂ ਉਹ ਥੋੜ੍ਹਾ ਜਿਹਾ ਛੋਟਾ ਹੁੰਦਾ, ਇੱਥੇ ਕੁ ਤੱਕ ਆ ਜਿਹੜਾ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਹੈ, ਇਹ ਕੋਵੈਲੈਂਟ ਰੇਡੀਅਸ ਹੈ। ਤਾਂ ਟੋਟਲ ਡਿਸਟੈਂਸ ਦਾ ਹਾਫ, ਇੰਨਾ ਕੁ ਹਿੱਸਾ ਜਿਹੜਾ ਬਣ ਰਿਹਾ ਹੈ, ਆਹ ਇਹਨੂੰ ਕਹਿੰਦੇ ਆ ਆਰ ਕੋਵੈਲੈਂਟ, ਠੀਕ ਹੈ ਨਾ। ਹੁਣ ਜਿਵੇਂ ਜਿਹੜੀ Cl2 ਗੈਸ ਹੁੰਦੀ ਹੈ, Cl2 'ਚ ਦੋ ਕਲੋਰੀਨ ਆਪਸ 'ਚ ਕੋਵੈਲੈਂਟ ਬੌਂਡ ਨਾਲ ਜੁੜੇ ਹੁੰਦੇ ਆ, ਉਹ 'ਚ ਇੱਕ ਕਲੋਰੀਨ ਦੇ ਸੈਂਟਰ ਤੋਂ ਲੈ ਕੇ ਦੂਜੇ ਕਲੋਰੀਨ ਦੇ ਸੈਂਟਰ ਦਾ ਜਿਹੜਾ ਡਿਸਟੈਂਸ ਹੈ ਉਹ 74 PM ਹੁੰਦਾ, ਸੌਰੀ 114 PM,
114 ਪਿਕੋਮੀਟਰ ਹੁੰਦਾ ਤਾਂ ਉਹਦਾ ਜੇ ਹਾਫ ਕਰਾਂਗੇ 114 ਦਾ ਅਗਰ ਹਾਫ ਕਰਾਂਗੇ ਤਾਂ ਕਿੰਨਾ ਆਏਗਾ 57 ਪਿਕੋਮੀਟਰ। ਉਹਨੂੰ ਅਸੀਂ ਬੋਲ ਦਿੰਦੇ ਹਾਂ ਵੀ ਇਹ ਕਲੋਰੀਨ ਦਾ ਜੀ ਕੋਵਲੈਂਟ ਰੇਡੀਅਸ ਹੈ। ਠੀਕ ਹੈ ਨਾ। ਔਰ ਇਹ ਗੱਲ ਯਾਦ ਰੱਖਣੀ ਹੈ ਵੀ ਜਿਹੜਾ ਕੋਵਲੈਂਟ ਰੇਡੀਅਸ ਹੈ ਇਹ ਐਕਚੁਅਲ ਰੇਡੀਅਸ ਤੋਂ ਥੋੜ੍ਹਾ ਜਿਹਾ ਛੋਟਾ ਹੁੰਦਾ ਹੈ। ਲਿਖੋ ਫਟਾਫਟ ਪਹਿਲਾਂ ਅੱਜ ਜੋ ਮੈਂ ਚੀਜ਼ ਬਣਾਈ ਹੈ ਇਹ ਲਿਖੋ। ਸੈਂਟਰ ਕੋਵਲੈਂਟ ਬੌਂਡਡ ਬੌਂਡ ਆਈ ਹੋਈ ਹੈ, ਸ਼ੇਅਰਿੰਗ ਹੋਈ ਹੋਈ ਹੈ, ਤਾਂ ਜਿਹੜਾ ਟੋਟਲ ਡਿਸਟੈਂਸ ਹੈ ਦੋਨਾਂ ਦੇ ਸੈਂਟਰ ਦੇ ਵਿੱਚ ਉਹਦਾ ਹਾਫ ਇਹਨੂੰ ਕੋਵਲੈਂਟ ਰੇਡੀਅਸ ਬੋਲਦੇ ਨੇ। ਠੀਕ ਹੈ। ਇਹਦੇ ਤੇ ਕੋਈ ਨੂਮੈਰੀਕਲ ਨਹੀਂ ਆਏਗਾ ਜਾਂ ਕੁਝ ਇਸ ਤਰ੍ਹਾਂ ਦਾ ਨਹੀਂ ਆਏਗਾ। ਨੋਟ ਕਰੋ ਫਟਾਫਟ। ਇਹਦੇ ਨਾਲ ਇੱਕ ਛੋਟੀ ਜਿਹੀ ਐਗਜ਼ਾਮਪਲ ਵੀ ਲਿਖ ਲਿਓ। ਆਹ ਵਾਲਾ ਸਾਰਾ ਪਾਰਟ ਨੋਟ ਕਰਨ ਤੋਂ ਬਾਅਦ ਲਿਖਿਓ। ਫॉर एग्जाम्पल the internuclear distance for bromine ਆਪਾਂ ਬ੍ਰੋਮੀਨ ਦੀ ਐਗਜ਼ਾਮਪਲ ਲੈ ਲੈਂਦੇ ਹਾਂ। the internuclear distance for bromine ब्रैकेट लिख लो Br2 is 228 पिकोमीटर। यानी कि Br और Br ਦੇ ਵਿੱਚ ਜਿਹੜਾ डिस्टेंस ਹੁੰਦਾ है वो 228 पिकोमीटर है। therefore covalent radius of bromine is 228 by 2 that is 114 picometer। therefore covalent radius of bromine is 228 by 2 that is 114 picometer। ठीक है। जिमें कोवलेंट रेडियस ਹੁੰਦਾ ਇਸੇ ਤਰ੍ਹਾਂ ਦਾ ਇੱਕ ਹੋਰ ਰੇਡੀਅਸ ਹੁੰਦਾ ਮੈਟੈਲਿਕ ਰੇਡੀਅਸ। ਉਹਨੂੰ ਇਹਦੇ ਅੰਦਰ ਹੀ ਲਿਖ ਲਓ, ਕੋਵਲੈਂਟ ਦੇ ਅੰਦਰ ਹੀ ਇੱਕ ਛੋਟਾ ਜਿਹਾ ਪੁਆਇੰਟ ਬਣਾ ਕੇ। ਉਹ ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਕਿਉਂਕਿ ਉਹ ਸਪੈਸੀਫਿਕਲੀ ਮੈਟਲਸ ਵਾਸਤੇ ਹੈ। ਨਾਮ ਤੋਂ ਹੀ ਪਤਾ ਲੱਗ ਰਿਹਾ ਮੈਟੈਲਿਕ ਰੇਡੀਅਸ। ਠੀਕ ਹੈ। ਭਾਵੇਂ ਅਲੱਗ ਵੀ ਲਿਖ ਲਓ, ਚਲੋ ਬੀ ਲਿਖ ਲਓ ਮੈਟੈਲਿਕ ਰੇਡੀਅਸ, ਇੰਨਾ ਮੈਟਰ ਨਹੀਂ ਕਰਦਾ। ਮੈਟੈਲਿਕ ਰੇਡੀਅਸ। ਹੁਣ ਜਦੋਂ ਕੋਈ ਐਟਮ ਕੋਵਲੈਂਟ ਬੌਂਡ ਨਾਲ ਜੁੜਿਆ ਹੋਇਆ ਸੀਗਾ ਤਾਂ ਉਦੋਂ ਉੱਥੇ ਜਿਹੜਾ ਉਹਦਾ ਰੇਡੀਅਸ ਦੇਖ ਰਹੇ ਸੀ ਉਹਨੂੰ ਕੋਵਲੈਂਟ ਰੇਡੀਅਸ ਬੋਲਤਾ। ਸੇਮ ਜੇ ਉਹ ਮੈਟੈਲਿਕ ਬੌਂਡ ਨਾਲ ਜੁੜਿਆ ਹੋਇਆ ਤਾਂ ਉੱਥੇ ਜਿਹੜਾ ਉਹਦਾ ਰੇਡੀਅਸ ਚੈੱਕ ਕੀਤਾ ਜਾਏਗਾ ਉਹ ਮੈਟੈਲਿਕ ਰੇਡੀਅਸ ਹੋਏਗਾ। ਹੁਣ ਮੈਟੈਲਿਕ ਰੇਡੀਅਸ ਸਿਰਫ ਮੈਟਲ ਦਾ ਹੀ ਹੁੰਦਾ ਕਿਉਂਕਿ ਮੈਟੈਲਿਕ ਬੌਂਡ ਨਾਲ ਸਿਰਫ ਮੈਟਲ ਹੀ ਜੁੜ ਸਕਦਾ ਹੈ ਨਾ। ਤਾਂ ਮੈਟੈਲਿਕ ਰੇਡੀਅਸ ਸਪੈਸੀਫਿਕਲੀ ਫॉर ਮੈਟਲਸ ਹੈ। ਠੀਕ ਹੈ। ਇਹਦੇ ਬਾਰੇ ਬਿਲਕੁਲ ਉਸੇ ਤਰ੍ਹਾਂ ਦਾ ਹੈ, ਸਿਰਫ ਇਸ 'ਚ ਕੋਵਲੈਂਟ ਬੌਂਡ ਨਾਲ ਜੁੜੇ ਸੀ, ਇਸ 'ਚ ਮੈਟੈਲਿਕ ਬੌਂਡ ਨਾਲ। ਲਿਖੋ ਮਾੜਾ ਜਿਹਾ 1/2 of internuclear distance 1/2 of internuclear distance between two neighboring atoms, internuclear distance between two neighboring atoms of a metal in metallic lattice 1/2 of internuclear distance between two neighboring atoms of a metal in metallic lattice is known as metallic radius। ਮੈਟੈਲਿਕ ਲੈਟਿਸ ਕਿਆ ਹੁੰਦਾ ਹੈ? ਵੈਸੇ ਆਪਣਾ ਇੱਕ ਪੂਰਾ ਚੈਪਟਰ ਆਏਗਾ ਇਹਦੇ 'ਤੇ ਸੋਲਿਡ ਸਟੇਟ, ਜਿਸ 'ਚ ਅਸੀਂ ਲੈਟਿਸ ਵਗੈਰਾ ਡਿਸਕਸ ਕਰਾਂਗੇ। ਪਰ ਹਾਲ ਮੈਂ ਦੱਸ ਦਿੰਦਾ ਵੀ ਜਿਵੇਂ ਹੁਣ ਕਾਪਰ ਦਾ ਇੱਕ ਪੀਸ ਹੈ ਤਾਂ ਕਾਪਰ ਦੇ ਇੱਕ ਪੀਸ ਦੇ ਅੰਦਰ ਨਾ ਕਾਪਰ ਦੇ ਐਟਮਸ ਵਿਛੇ ਹੋਏ ਹੁੰਦੇ ਆ। ਐਵੇਂ ਸੋਚ ਕੇ ਚੱਲੋ ਹਾਲੇ ਫਿਲਹਾਲ, ਬਹੁਤ ਉੱਪਰੋਂ ਦੱਸ ਰਿਹਾ ਮੈਂ, ਅੰਦਾਜ਼ਾ ਲੱਗ ਜਾਏਗਾ ਤੁਹਾਨੂੰ ਥੋੜ੍ਹਾ ਜਿਹਾ ਵੀ ਕਾਪਰ ਦਾ ਤੁਸੀਂ ਕਿੰਨਾ ਬੜਾ ਪੀਸ ਚੱਕਿਆ ਜਾਂ ਵਾਇਰ ਚੱਕੀ, ਉਹਦੇ ਵਿੱਚ ਕਾਪਰ ਦੇ ਐਟਮਸ ਵਿਛੇ ਹੋਏ ਆ। ਇੱਕ ਕਾਪਰ ਨਾਲ ਦੂਸਰਾ ਕਾਪਰ ਨਾਲ ਤੀਸਰਾ ਕਾਪਰ ਨਾਲ ਚੌਥਾ ਕਾਪਰ। ਅਤੇ ਇਹ ਇਲੈਕਟ੍ਰੋਨ ਦੇ ਸਮੁੰਦਰ ਦੇ ਅੰਦਰ
ਤੁਸੀਂ ਛੋਟੀ ਜਿਹੀ ਇੱਕ ਟਰਮ ਪੜ੍ਹੀ ਹੋਣੀ ਕਦੇ ਨਾ ਕਦੇ, ਇਲੈਕਟ੍ਰੋਨ ਸੀ ਮਾਡਲ, ਹੈ ਨਾ। ਤਾਂ ਇਹਦੇ ਆਲੇ ਦੁਆਲੇ ਸਾਰੇ ਕਿਤੇ ਇਲੈਕਟ੍ਰੋਨਸ ਹੈ, ਉਹ 'ਚ ਕਾਪਰ ਦੇ ਐਟਮਸ ਵਿਛੇ ਹੋਏ ਆ ਨਾਲ। ਤਾਂ ਇੱਕ ਕਾਪਰ ਦੇ ਸੈਂਟਰ ਤੋਂ ਲੈ ਕੇ ਨਾਲ ਵਾਲੇ ਕਾਪਰ ਦੇ ਸੈਂਟਰ ਦਾ ਡਿਸਟੈਂਸ ਆਪਾਂ ਦੇਖ ਲੈਂਦੇ ਹਾਂ, ਉਹਦਾ ਹਾਫ ਕਰ ਦਿੰਦੇ ਆ। ਬਿਲਕੁਲ ਕੋਵਲੈਂਟ ਵਾਂਗੂ ਹੈ, ਕੋਵਲੈਂਟ 'ਚ ਵੀ ਐਵੇਂ ਕੀਤਾ ਸੀ ਨਾ, ਇੱਕ ਦੇ ਸੈਂਟਰ ਤੋਂ ਦੂਜੇ ਦੇ ਸੈਂਟਰ ਦਾ ਡਿਸਟੈਂਸ ਲੱਭਿਆ, ਉਹਦਾ ਹਾਫ ਕਰ ਲਿਆ, ਠੀਕ ਹੈ। ਫਿਰ ਸਰ ਫਰਕ ਕੀ ਰਹਿ ਗਿਆ ਜੀ, ਕੋਵਲੈਂਟ 'ਚ ਸ਼ੇਅਰਿੰਗ ਥੋੜ੍ਹੀ ਜਿਹੀ ਜ਼ਿਆਦਾ ਹੈ, ਮੈਟੈਲਿਕ 'ਚ ਐਵੇਂ ਦੀ ਕੋਈ ਸ਼ੇਅਰਿੰਗ ਨਹੀਂ ਹੁੰਦੀ ਇੰਨੀ ਜ਼ਿਆਦਾ। ਮੈਟੈਲਿਕ 'ਚ ਸਿਰਫ ਉਹ ਟੱਚ ਕਰ ਰਹੇ ਹੁੰਦਾ, ਜਿਵੇਂ ਇਸ 'ਚ ਤਾਂ ਸ਼ੇਅਰ ਵੀ ਕਰ ਰਹੇ, ਇਸ 'ਚ ਤਾਂ ਲੈਣਾ ਇਲੈਕਟ੍ਰੋਨ ਕਲਾਊਡ ਮਰਜ ਹੋ ਗਿਆ, ਉਸ 'ਚ ਸਿਰਫ ਬਾਰੋਂ ਬਾਰ ਟੱਚ ਕਰ ਰਹੇ ਹੁੰਦੇ ਆ ਐਟਮ ਮੈਟੈਲਿਕ ਬੌਂਡਿੰਗ ਦੇ ਅੰਦਰ। ਤਾਂ ਬਾਰੋਂ ਬਾਰ ਟੱਚ ਕਰ ਰਹੇ ਆ, ਉਹਦਾ ਹਾਫ ਕਰਿਆ ਤਾਂ ਉਹ ਕਾਫੀ ਕਲੋਜ਼ ਹੁੰਦਾ ਐਕਚੁਅਲ ਰੇਡੀਅਸ ਦੇ, ਠੀਕ ਹੈ ਨਾ। ਉਹਦੇ ਬਾਰੇ ਆਪਾਂ ਨੇ ਕੁਝ ਖਾਸ ਲਿਖਣਾ ਨਹੀਂ ਹੈ, ਸਿਰਫ ਇੱਕ ਛੋਟਾ ਜਿਹਾ ਪੁਆਇੰਟ ਲਿਖ ਲਓ। ਫॉर एग्जांपल ਦ ਡਿਸਟੈਂਸ ਬਿਟਵੀਨ ਟੂ ਕਾਪਰ ਐਟਮਸ, the distance between two copper atoms in metallic copper, the distance between two copper atoms in metallic copper is 256 picometer, pm is 256 picometer. Therefore 256 picometer, therefore the metallic radius of copper is 256 by 2, that is 128 picometer. Therefore the metallic radius of copper is 128 picometer. ठीक है जी। थर्ड लिखो, थर्ड काफ़ी ज़्यादा इंपॉर्टेंट है, वॉन डेर वाल रेडियस, VAN वैन, वॉन बोल दे DERWAALS, वॉन डेर वाल्स रेडियस, वैन डर वाल्स रेडियस। लिखियो मर जाए वास्ते की है, 1/2 ऑफ 1/2 of internuclear distance, between two adjacent atoms, of a substance belonging to two neighboring molecules, in a solid state, is known as van der Waals radius, ਇਹਦਾ ਮਤਲਬ ਕੀ ਹੈ, ਮੈਂ ਹੁਣੀ ਨਾ ਕਲੋਰੀਨ ਵਾਲੀ ਐਗਜ਼ਾਮਪਲ ਚੱਕਦਾ। ਕਲੋਰੀਨ ਦੇ ਵਿੱਚ ਯਾਦ ਹੈ ਨਾ, 2 ਕਲੋਰੀਨ ਜੁੜੇ ਹੋਏ ਸੀਗੇ, ਸਹੀ ਹੈ। ਤਾਂ ਮੇਰੇ ਕੋਲ ਇੱਕ ਕਲੋਰੀਨ ਮੋਲੀਕਿਊਲ ਆ ਪਿਆ, ਐਟਮ ਆ ਪਿਆ, ਦੂਜਾ ਆ ਪਿਆ, ਇਹ ਦੋਨੋਂ ਮਿਲ ਕੇ ਇੱਕ Cl2 ਦਾ ਮੋਲੀਕਿਊਲ ਬਣ ਗਿਆ। ਔਰ ਇਹਦੇ ਅੰਦਰ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਦਾ ਜਿਹੜਾ ਡਿਸਟੈਂਸ ਹੈ ਇੰਟਰਨਿਊਕਲੀਅਰ ਡਿਸਟੈਂਸ, ਤੇ ਜਿਹੜਾ ਹਾਫ ਕਰਤਾ ਆ ਬਣ ਗਿਆ ਕੋਵਲੈਂਟ ਰੇਡੀਅਸ, ਸਹੀ ਹੈ। ਹੁਣ ਗੱਲ ਸੋਚੋ, ਮੇਰੇ ਕੋਲ Cl2 ਦਾ ਇੱਕ ਮੋਲੀਕਿਊਲ ਥੋੜ੍ਹੀ ਹੋਊਗਾ, ਕਰੋੜਾਂ ਦੇ ਹਿਸਾਬ ਨਾਲ ਮੋਲੀਕਿਊਲ ਹੋਣਗੇ। ਤਾਂ ਆਹ Cl2 ਪਿਆ ਹੈ, ਤਾਂ ਇਹਦੇ ਨਾਲ ਦੂਜਾ Cl2 ਵੀ ਹੋਏਗਾ, ਮੈਂ ਦੂਜਾ Cl2 ਵੀ ਬਣਾ ਦੇਣਾ। ਇਹ ਆਪਸ 'ਚ ਨਹੀਂ ਜੁੜੇ ਹੋਏ, ਮਤਲਬ ਇਹ Cl2 ਦੇ ਅੰਦਰ ਜਿਹੜਾ Cl ਔਰ Cl ਹੈ ਇਹ ਜੁੜੇ ਹੋਏ ਨੇ, ਪਰ ਜਿਹੜਾ ਇਹਦੇ ਨਾਲ ਵਾਲਾ Cl2 ਹੈ, ਇਸ ਤਰ੍ਹਾਂ ਨਾਲ ਪਹਿਲਾ ਐਟਮ ਹੋਏਗਾ, ਇਹਦੇ ਨਾਲ ਦੂਜਾ ਐਟਮ ਹੋਏਗਾ, ਬਿਲਕੁਲ ਇੱਥੋਂ ਲੈ ਕੇ ਇੱਥੇ ਤੱਕ ਇੰਟਰਨਿਊਕਲੀਅਰ ਡਿਸਟੈਂਸ ਆ ਗਿਆ, ਰੇਡੀਅਸ ਕੋਵਲੈਂਟ ਰੇਡੀਅਸ RC ਲਿਖ ਦਿੰਦਾ, ਆ ਵੀ ਕੋਵਲੈਂਟ, ਆ ਵੀ ਕੋਵਲੈਂਟ, ਜੇ ਮਰਜ਼ੀ ਦੇਖ ਲਓ, ਆਰ ਕੋਵਲੈਂਟ ਹੈ ਨਾ। ਤਾਂ ਹੁਣ ਇਹਦੇ ਆਹ ਵਾਲੀ ਡਿਸਟੈਂਸ ਇਹਦੇ ਸੈਂਟਰ ਤੋਂ ਲੈ ਕੇ ਆ ਇੱਕ ਮੋਲੀਕਿਊਲ ਹੋ ਗਿਆ, ਆ ਇੱਕ ਮੋਲੀਕਿਊਲ ਹੋ ਗਿਆ। ਮੋਲੀਕਿਊਲ ਦੇ ਅੰਦਰ ਦੇਖ ਰਿਹਾ ਮੈਂ ਤਾਂ 2 ਐਟਮ ਜੁੜੇ ਹੋਏ ਨੇ,
ਐਟਮ ਦੇ ਡਿਸਟੈਂਸ ਲੱਭਿਆ, ਵਿੱਚ ਹਾਫ ਕੀਤਾ, ਕੋਵਲੈਂਟ ਰੇਡੀਅਸ ਆ ਗਿਆ। ਓਕੇ, ਇੱਧਰ ਵੀ ਐਵੇਂ ਹੀ ਹੈ। ਪਰ ਇਸ Cl2 ਔਰ ਇਸ Cl2 ਦੇ ਵਿੱਚ ਕਿੰਨਾ ਡਿਸਟੈਂਸ ਹੈ? ਆ ਦੋਨੋਂ ਮੋਲੀਕਿਊਲ ਦੇ ਵਿੱਚ ਕਿੰਨਾ ਡਿਸਟੈਂਸ ਹੋਏਗਾ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਦਾ? ਆਹ ਇੱਥੋਂ ਲੈ ਕੇ ਇੱਥੇ ਤੱਕ ਮੈਂ ਦਿਖ ਦਿੰਦਾ, ਅਗਰ ਮੈਂ ਇਹਨੂੰ ਥੋੜ੍ਹਾ ਜਿਹਾ ਥੱਲੇ ਬਣਾਵਾਂ, ਇੱਥੋਂ ਲੈ ਕੇ ਆ ਜਿਹੜਾ ਡਿਸਟੈਂਸ ਹੈ ਇਹ ਇੱਕ ਮੋਲੀਕਿਊਲ ਔਰ ਦੂਜੇ ਮੋਲੀਕਿਊਲ ਦੇ ਵਿਚਲਾ ਡਿਸਟੈਂਸ ਹੈ। ਅਗਰ ਮੈਂ ਇਹਦਾ ਹਾਫ ਕਰਾਂ, ਠੀਕ ਹੈ, ਇਹਦਾ ਹਾਫ ਕਰਾਂ ਤਾਂ ਤਕਰੀਬਨ ਇੱਥੇ ਕੁ ਆਏਗਾ ਇਸ ਜਗ੍ਹਾ 'ਤੇ, ਹੈ ਨਾ। ਇੱਥੋਂ ਮੈਂ ਬਣਾ ਦਿੰਦਾ, ਇਹਦਾ ਹਾਫ ਕਰਾਂ ਇੱਥੇ ਕੁ ਆਏਗਾ, ਯਾਨੀ ਕਿ ਆਹ ਜਿਹੜਾ ਟੋਟਲ ਡਿਸਟੈਂਸ ਹੈ ਇਹਦਾ ਹਾਫ ਇੰਨਾ। ਆ ਜਿਹੜਾ ਇੰਨਾ ਕੁ ਡਿਸਟੈਂਸ ਹੈ ਇਹਨੂੰ ਕਹਿੰਦੇ ਨੇ ਆਰ ਵੌਂਡਰ ਵਾਲ। ਪੈਰ 'ਚ ਮੈਂ ਪੂਰਾ ਲਿਖ ਦਿੰਦਾ ਹਾਲੇ, ਆਰ ਵੌਂਡਰ ਵਾਲ। ਗੱਲ ਸਮਝ ਆਈ? ਤਾਂ ਐਟੋਮਿਕ ਰੇਡੀਅਸ ਨਹੀਂ ਹੈ ਇੱਕ ਤਰ੍ਹਾਂ ਦਾ, ਇਹ ਮੋਲੀਕਿਊਲਰ ਰੇਡੀਅਸ ਹੈ। ਮਤਲਬ ਇੱਕ ਮੋਲੀਕਿਊਲ ਔਰ ਦੂਜੇ ਮੋਲੀਕਿਊਲ ਦੇ ਵਿਚਕਾਰ ਕਿੰਨਾ ਡਿਸਟੈਂਸ ਹੈ। ਸਰ ਆ ਜਿਹੜਾ ਮੋਲੀਕਿਊਲ ਦਾ ਡਿਸਟੈਂਸ ਹੈ ਤਾਂ ਫਰਕ ਵੀ ਪੈਂਦਾ। ਗੈਸ 'ਚ ਮੋਲੀਕਿਊਲ ਦੂਰ ਹੁੰਦੇ ਨੇ, ਲਿਕੁਇਡ 'ਚ ਮੋਲੀਕਿਊਲ ਨੇੜੇ ਹੁੰਦੇ ਨੇ, ਸੋਲਿਡ 'ਚ ਮੋਲੀਕਿਊਲ ਬਿਲਕੁਲ ਹੀ ਨੇੜੇ ਹੁੰਦੇ ਨੇ। ਤਾਂ ਹੀ ਜਦੋਂ ਡੈਫੀਨੇਸ਼ਨ ਪੜ੍ਹੋਗੇ ਨਾ, ਉਹਦੇ ਲਾਸਟ 'ਚ ਲਿਖਿਆ ਹੋਇਆ ਹੈ ਇਨ ਸੋਲਿਡ ਸਟੇਟ। ਸੋਲਿਡ 'ਚ ਐਵੇਂ ਨਹੀਂ ਹੁੰਦਾ ਵੀ ਇਹ ਬਿਲਕੁਲ ਹੀ ਚਿਪਕੇ ਪਏ ਨੇ, ਥੋੜ੍ਹੀ ਜਿਹੀ ਸਪੇਸ ਹਜੇ ਵੀ ਹੈਗੀ ਹੈ। ਤਾਂ ਇਹ ਸੋਲਿਡ ਸਟੇਟ ਹੈ, ਠੀਕ ਹੈ ਨਾ। ਸੋਲਿਡ ਸਟੇਟ 'ਚ ਆ ਪਹਿਲੇ ਕਲੋਰੀਨ ਦਾ ਮੋਲੀਕਿਊਲ ਹੈ, ਆ ਦੂਜੇ ਕਲੋਰੀਨ ਦਾ ਮੋਲੀਕਿਊਲ ਹੈ। ਇਹ ਦੋਨੋਂ ਕਲੋਰੀਨ ਦੇ ਮੋਲੀਕਿਊਲ ਦਾ ਆਪਸ 'ਚ ਜਿਹੜਾ ਡਿਸਟੈਂਸ ਹੈ ਉਹ ਚੱਕ ਕੇ ਉਹਦਾ ਹਾਫ ਕਰਤਾ। ਇਸ ਨੂੰ ਕਹਿੰਦੇ ਨੇ ਵੌਂਡਰ ਵਾਲ ਰੇਡੀਅਸ, ਠੀਕ ਹੈ। ਸਰ ਇਹ ਤਾਂ ਜੀ ਬਹੁਤ ਬੜੀ ਵੈਲਿਊ ਆ ਗਈ, ਰੇਡੀਅਸ ਤਾਂ ਇੱਥੇ ਤੱਕ ਹੀ ਸੀਗਾ। ਬਿਲਕੁਲ, ਵੌਂਡਰ ਵਾਲ ਰੇਡੀਅਸ ਸਭ ਤੋਂ ਬੜਾ ਰੇਡੀਅਸ ਹੁੰਦਾ ਹੈ, ਠੀਕ ਹੈ ਨਾ। ਆ ਦੇਖੋ ਐਕਚੁਅਲ 'ਚ ਐਟਮ ਦੇਖੋ, ਆਹ ਸੈਂਟਰ ਤੋਂ ਇੱਥੇ ਤੱਕ ਹੀ ਹੈ, ਪਰ ਜਿਹਨੂੰ ਮੈਂ ਰੇਡੀਅਸ ਬੋਲ ਰਿਹਾ ਉਹ ਆਹ ਸੈਂਟਰ ਤੋਂ ਇੱਥੇ ਤੱਕ ਹੈ, ਤਾਂ ਇੰਨਾ ਐਕਸਟਰਾ ਹੈ। ਤਾਂ ਵੌਂਡਰ ਵਾਲ ਰੇਡੀਅਸ ਸਭ ਤੋਂ ਬੜਾ ਰੇਡੀਅਸ ਹੁੰਦਾ ਹੈ। ਇੰਨੀ ਗੱਲ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ? ਠੀਕ ਹੈ। ਆ ਹਲੇ ਵੀ ਕੋਵਲੈਂਟ ਰੇਡੀਅਸ ਹੈ, ਇੰਨਾ ਕੁ ਹਲੇ ਵੀ ਕੋਵਲੈਂਟ ਰੇਡੀਅਸ ਹੈ। ਪਰ ਆ ਜਿਹੜੇ ਦੋ ਮੋਲੀਕਿਊਲਸ ਨੇ ਇਹਨਾਂ ਦੇ ਵਿਚਕਾਰ ਜਿਹੜਾ ਡਿਸਟੈਂਸ ਹੈ। ਹੁਣ ਐਕਚੁਅਲੀ ਵੌਂਡਰ ਵਾਲ ਰੇਡੀਅਸ ਦੀ ਲੋੜ ਕਿੱਥੇ ਪਈ? ਜਿਹੜੀਆਂ ਨੋਬਲ ਗੈਸਿਸ ਹੈ ਨਾ, ਨੋਬਲ ਗੈਸਿਸ ਆਪਸ 'ਚ ਜੁੜਦੀਆਂ ਹੀ ਨਹੀਂ। ਤੁਸੀਂ ਸੋਚ ਕੇ ਚੱਲੋ, ਮੰਨ ਲਓ ਨੀਓਨ ਗੈਸ ਹੈ, ਤਾਂ ਆਹ ਨੀਓਨ ਗੈਸ ਦਾ ਇੱਕ ਐਟਮ ਪਿਆ, ਨੀਓਨ ਦਾ, ਆਹ ਨੀਓਨ ਦਾ ਦੂਸਰਾ ਐਟਮ ਪਿਆ। ਇਹ ਸੋਲਿਡ ਸਟੇਟ 'ਚ ਇੰਨੀ ਦੂਰ ਨੇ ਆਪਸ 'ਚ, ਇਹ ਨਾ ਤਾਂ ਆਇਨਿਕ ਬੌਂਡ ਬਣਾ ਰਹੇ ਨੇ, ਨਾ ਕੋਵਲੈਂਟ ਬੌਂਡ ਬਣਾ ਰਹੇ ਨੇ, ਕੁਛ ਨਹੀਂ ਬਣਾ ਰਹੇ। ਤਾਂ ਆਪਾਂ ਕੀ ਕਰਦੇ ਹਾਂ, ਇਹਦੇ ਸੈਂਟਰ ਤੋਂ ਦੂਜੇ ਨੀਓਨ ਦੇ ਸੈਂਟਰ ਦਾ ਡਿਸਟੈਂਸ ਦੇਖਦੇ ਹਾਂ, ਇਹਦਾ ਹਾਫ ਕਰਦੇ ਹਾਂ, ਠੀਕ ਹੈ। ਤਾਂ ਟੋਟਲ ਡਿਸਟੈਂਸ ਦਾ ਜਿਹੜਾ ਹਾਫ ਹੋਇਆ ਇਹਨੂੰ ਅਸੀਂ ਕਹਿ ਦਿੰਦੇ ਹਾਂ ਆਰ ਵੌਂਡਰ ਵਾਲ। ਸਰ ਇਹਦੇ ਨਾਲ ਤਾਂ ਨੀਓਨ ਦਾ ਐਕਚੁਅਲ ਰੇਡੀਅਸ ਪਤਾ ਹੀ ਨਹੀਂ ਲੱਗਿਆ, ਉਹ ਤਾਂ ਇੰਨਾ ਕੁ ਸੀਗਾ, ਬਿਲਕੁਲ ਨਹੀਂ ਪਤਾ ਲੱਗਿਆ। ਬਟ ਸਾਡੇ ਕੋਲ ਹੋਰ ਕੋਈ ਤਰੀਕਾ ਨਹੀਂ ਹੈ, ਪੁਆਇੰਟ ਸਮਝ ਰਹੇ ਹੋ ਨਾ। ਤਾਂ ਆ ਜਿਹੜਾ ਇਸ ਪੁਆਇੰਟ ਤੱਕ ਆ ਵੀ ਇੱਕ ਵੌਂਡਰ ਵਾਲ ਰੇਡੀਅਸ ਹੋ ਗਿਆ, ਆ ਵੀ ਓਨਾ ਹੀ ਹੋਏਗਾ, ਹਾਫ ਕੀਤਾ ਆਪਾਂ ਨੇ, ਬਰਾਬਰ ਵੰਡਿਆ, ਤਾਂ ਆਹ ਵੌਂਡਰ ਵਾਲ ਰੇਡੀਅਸ ਹੋਏਗਾ। ਔਰ ਇਸੇ ਚੱਕਰ 'ਚ ਤੁਸੀਂ ਗੱਲ ਪੜ੍ਹੀ ਹੋਣੀ ਵੈਸੇ ਵੀ, ਲੈਫਟ ਟੂ ਰਾਈਟ ਜਾਂਦੇ ਹੋਏ ਪੀਰੀਓਡਿਕ ਟੇਬਲ 'ਚ ਸਾਈਜ਼ ਘਟਦਾ ਹੈ। ਪਰ ਨੋਬਲ ਗੈਸਿਸ ਤਾਂ ਬਿਲਕੁਲ ਰਾਈਟ 'ਤੇ ਨੇ, ਉਹਨਾਂ ਦਾ ਸਾਈਜ਼ ਸਭ ਤੋਂ ਛੋਟਾ ਹੋਣਾ ਚਾਹੀਦਾ, ਪਰ ਉਹਨਾਂ ਦਾ ਸਾਈਜ਼ ਸਭ ਤੋਂ ਬੜਾ ਹੈ। ਉਹਦਾ ਕਾਰਨ ਇਹ ਹੈ ਕਿਉਂਕਿ ਨੋਬਲ ਗੈਸਿਸ ਵਾਸਤੇ ਵੌਂਡਰ ਵਾਲ ਰੇਡੀਅਸ ਯੂਜ਼ ਹੁੰਦਾ ਹੈ, ਅਤੇ ਵੌਂਡਰ ਵਾਲ ਰੇਡੀਅਸ ਦੇਖ ਲਓ ਐਕਚੁਅਲ ਐਟਮ ਦੇ ਸਾਈਜ਼ ਤੋਂ ਕਿੰਨਾ ਬੜਾ ਹੈ, ਠੀਕ ਹੈ ਨਾ। ਤਾਂ ਇਹ ਗੱਲ ਦਾ ਧਿਆਨ ਰੱਖਣਾ ਹੈ, ਲਿਖਿਓ ਮਾੜਾ ਜਿਹਾ ਇਹਦੇ ਨਾਲ ਹੀ। ਆ ਪਹਿਲਾਂ ਤਾਂ ਆਹ ਬਣਾ ਲਓ ਫਟਾਫਟ, ਵੀਡੀਓ ਨੂੰ ਭਾਵੇਂ ਪੌਜ਼ ਕਰ ਲਓ, ਠੀਕ ਹੈ। ਵੀਡੀਓ ਨੂੰ ਪੌਜ਼ ਕਰਕੇ ਆ ਦੋਨੋਂ ਚੀਜ਼ਾਂ ਬਣਾ ਲਓ। ਆ Cl2 ਦੇ ਵਿਚਲਾ ਆਹ ਵੌਂਡਰ ਵਾਲ ਹੈ, ਇੱਧਰ ਆਹ ਵੌਂਡਰ ਵਾਲ ਹੈ। ਇਹਦੇ ਬਾਅਦ ਵੀਡੀਓ ਪੌਜ਼ ਕਰਕੇ ਇੱਕ ਵਾਰੀ ਨੋਟ ਕਰ ਲਓ, ਫਿਰ ਮੈਂ ਅਗਲੀ ਲਾਈਨ ਬੋਲਦਾ। ਲਾਈਨ ਲਿਖੋ, as noble gases do not form chemical compounds, as noble gases do not form chemical compounds, therefore their radius are usually expressed in terms of van der Waal radius. ठीक है, अगे एक नोट लिख लियो, therefore the radius in terms of van der Waal radius, एक नोट लिख लियो, van der Waal radii are always larger than covalent radii.
ਕੋਵਲੈਂਟ ਤਾਂ ਸੀਗਾ ਛੋਟਾ ਜਿਹਾ ਸ਼ੇਅਰ ਕਰ, ਇਹਦਾ ਸਗੋਂ ਐਕਚੁਅਲ ਐਟਮ ਦੇ ਸਾਈਜ਼ ਤੋਂ ਵੀ ਛੋਟਾ ਬਣ ਗਿਆ। ਵੰਡਰਵਾਲ ਐਕਚੁਅਲ ਐਟਮ ਦੇ ਸਾਈਜ਼ ਤੋਂ ਬੜਾ ਬਣ ਗਿਆ, ਤਾਂ ਵੰਡਰਵਾਲ ਹਮੇਸ਼ਾ ਹੀ ਬੜਾ ਰੇਡੀਅਸ ਹੋਏਗਾ। ਵੰਡਰਵਾਲ ਰੇਡੀਆਈ ਆਰ ਆਲਵੇਜ਼ ਲਾਰਜਰ ਦੈਨ ਕੋਵਲੈਂਟ ਰੇਡੀਆਈ। ਠੀਕ ਹੈ, ਹੁਣ ਇਹਦੇ ਵਿੱਚ ਸਿਰਫ ਇੱਕ ਰੇਡੀਅਸ ਰਹਿ ਗਿਆ, ਆਇਨਿਕ ਰੇਡੀਅਸ, ਜਿਹੜਾ ਆਪਾਂ ਕੱਲ੍ਹ ਦੀ ਲਾਈਵ ਕਲਾਸ 'ਚ ਡਿਸਕਸ ਕਰਾਂਗੇ ਐਟ 12:30। ਠੀਕ ਹੈ, ਤੁਸੀਂ ਪਹਿਲਾਂ ਇੰਨੇ ਦੇ ਨੋਟਸ ਬਣਾ ਲਓ ਅੱਛੀ ਤਰ੍ਹਾਂ ਨਾਲ। ਹੋਪਫੁਲੀ ਟੈਸਟ ਸਾਰਿਆਂ ਦਾ ਵਧੀਆ ਹੋਇਆ ਹੋਏਗਾ। ਕੱਲ੍ਹ ਦੀ ਕਲਾਸ 'ਚ ਸਾਰਿਆਂ ਦੇ ਮਾਰਕਸ ਵੀ ਲੱਗ ਜਾਣਗੇ, ਪਲੱਸ ਮਾਈਨਸ ਜਿਵੇਂ ਵੀ ਕਰਕੇ, ਪੋਜ਼ੀਟਿਵ ਨੈਗੇਟਿਵ ਮਾਰਕਿੰਗ ਲਗਾ ਕੇ। ਤਾਂ ਕੱਲ੍ਹ ਆਪਾਂ ਕਲਾਸ 'ਚ ਇੱਕ ਵਾਰ ਤਾਂ ਟੈਸਟ ਵੀ ਡਿਸਕਸ ਕਰਾਂਗੇ, ਔਰ ਇਨ ਦੀ ਐਂਡ ਫਿਰ ਆਪਾਂ ਕਲਾਸ ਵੀ ਕਰਾਂਗੇ ਸਟਾਰਟ। ਨਾਲੇ ਕੱਲ੍ਹ ਇਹਦੇ ਸਾਰੇ ਐਕਸੈਪਸ਼ਨਲ ਕੇਸਿਸ ਔਰ ਇਹਦਾ ਟ੍ਰੈਂਡ ਬਾਰੇ ਪੜ੍ਹਾਂਗੇ। ਠੀਕ ਹੈ ਜੀ, ਕੱਲ੍ਹ ਮਿਲਦੇ ਹਾਂ। ਥੈਂਕ ਯੂ ਸੋ ਮਚ।